ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋ ਚੈਨਲ ਸਾਂਝਾ ਪੰਜਾਬ ਦੇ ਨਾਲ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਬਹੁਤ ਹੀ ਦਿਨਾਂ ਤੋਂ ਬਾਅਦ ਤੁਹਾਡਾ ਸਵਾਗਤ ਕਰਦੀ ਹਾਂ ਚੈਨਲ ਸਾਂਝਾ ਪੰਜਾਬ ਤੇ। ਉਮੀਦ ਕਰਦੀ ਹਾਂ ਜਦੋਂ ਅਸੀਂ ਨਹੀਂ ਸੀ ਤੁਹਾਡੇ ਨਾਲ ਤਾਂ ਵੀ ਤੁਸੀਂ ਆਪਣੇ ਦਿਨ ਬਹੁਤ ਵਧੀਆ ਇੰਜੋਏ ਕੀਤੇ ਹੋਣਗੇ। ਬੇਸ਼ੱਕ ਅਸੀਂ ਲਾਕਡਾਊਨ ਦੇ ਅੰਦਰ ਫੇਰ ਆ ਗਏ ਹਾਂ, ਬਟ ਸਟਿਲ ਇੱਕ ਹੋਪ ਦੇ ਨਾਲ, ਇੱਕ ਨਵੀਂ ਉਮੀਦ ਦੇ ਨਾਲ ਅਸੀਂ ਅੱਜ ਫੇਰ ਤੁਹਾਡਾ ਇੱਕ ਨਵੇਂ ਸਿਰੇ ਤੋਂ ਵੈਲਕਮ ਕਰਦੇ ਹਾਂ। ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਮਿਸਟਰ ਦਿਨੇਸ਼ ਸ਼ਰਮਾ ਜੀ, ਜਿਨ੍ਹਾਂ ਨੂੰ ਕਿ ਤੁਸੀਂ ਭਲੀ ਭਾਂਤ ਜਾਣਦੇ ਹੀ ਹੋ ਕਿ ਉਹਨਾਂ ਨੇ ਆਪਣੇ ਲਾਸਟ ਈਅਰ ਦੇ ਵਿੱਚ ਵੀ ਉਹਨਾਂ ਨੇ ਆਪਣੇ ਲਾਈਕ ਆਈ ਮੀਨ ਟੂ ਸੇ ਇਨ 2020 ਉਹਨਾਂ ਨੇ ਸਾਡੀ ਕਮਿਊਨਿਟੀ ਦੀ ਕਿਸ ਤਰ੍ਹਾਂ ਬਿਲਕੁਲ ਵੋਲੰਟੀਅਰ ਤੌਰ 'ਤੇ ਹੈਲਪ ਕੀਤੀ ਆ ਅਤੇ ਇਹਨਾਂ ਤੋਂ ਬਹੁਤ ਸਾਰੇ ਜਿਹੜੇ ਸਾਡੇ ਕਮਿਊਨਿਟੀ ਦੇ ਡਿਜ਼ਰਵ ਕੈਂਡੀਡੇਟ ਸੀ ਉਹਨਾਂ ਨੇ ਇਹਨਾਂ ਤੋਂ ਬੈਨੀਫਿਟ ਵੀ ਲਿੱਤਾ ਆ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਟੂਡੀਓ 'ਚ। ਹੈਲੋ ਦਿਨੇਸ਼, ਹਾਊ ਆਰ ਯੂ? ਹੈਲੋ ਰਵਿੰਦਰ, ਥੈਂਕ ਯੂ। ਅੱਜ ਬਹੁਤ ਦਿਨਾਂ ਬਾਅਦ ਵੈਲਕਮ ਬੈਕ। ਥੈਂਕ ਯੂ ਅੱਜ ਆਫਟਰ ਸੋ ਮੈਨੀ ਡੇਜ਼। ਯਾ ਆਈ ਨੋ ਅੱਜ 2020 ਦਾ ਲਾਸਟ ਡੇ ਹੈ, 31 ਦਸੰਬਰ ਹੈ, ਉਸਦੇ ਆਖਰੀ ਕੁਝ ਘੰਟੇ ਰਹਿ ਗਏ ਤੇ ਘੰਟੇ ਰਹਿ ਗਏ ਨੇ ਸਾਡੇ ਕੋਲ ਤੇ ਨੋ ਡਾਊਟ ਦਿਨੇਸ਼ ਜੀ ਇਹ ਜਿਹੜਾ ਸਾਡਾ ਸਾਲ ਸੀਗਾ ਨੋ ਡਾਊਟ ਥੋੜ੍ਹੇ ਜਿਹੇ ਘੰਟੇ ਰਹਿ ਗਏ, ਥੋੜ੍ਹੇ ਮਿੰਟ ਕਹਿ ਲਓ ਕਿ ਰਹਿ ਗਏ ਹੈ ਕਿ ਬਹੁਤ ਚੈਲੰਜਿੰਗ ਰਿਹਾ ਸਾਡੇ ਸਾਰਿਆਂ ਲਈ, ਰਾਈਟ? ਪਰ ਜਿਹੜੀ ਚੀਜ਼ ਸਾਡੇ ਕੋਲ ਸਿੱਖਣ ਨੂੰ ਆਈ ਆ ਉਹ ਇਹ ਆਈ ਆ ਕਿ ਪੰਜਾਬੀ 'ਚ ਇੱਕ ਮੁਹਾਵਰਾ ਹੁੰਦਾ ਕਿ ਬੰਦਾ ਜੋੜੇ ਪਲੀ ਪਲੀ ਤੇ ਰੱਬ ਰੜਾਵੇ ਕੁੱਪਾ। ਖੈਰ ਉਹ ਤਾਂ ਮਜ਼ਾਕ ਦੀ ਗੱਲ ਹੋ ਗਈ, ਬਟ ਐਕਚੁਅਲ 'ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਪਲਾਨਸ ਕੁਝ ਹੋਰ ਹੁੰਦੇ ਨੇ, ਪਰ ਜਿਹੜਾ ਸਾਡਾ ਮਾਸਟਰ ਪਲਾਨ ਆ ਨਾ ਉਹ ਹੈ। ਅਸੀਂ ਜੋ ਇਹ ਚੀਜ਼ ਬਹੁਤ ਸਾਨੂੰ ਸਮਝਣ ਦੀ ਲੋੜ ਆ, ਸਮਝ ਵੀ ਗਏ ਹੋਣਗੇ ਬਹੁਤ ਸਾਰੇ, ਜਿਹੜੇ ਨਹੀਂ ਸਮਝੇ ਉਹ ਹੁਣ ਸਮਝ ਜਾਣਗੇ ਕਿ ਅਸੀਂ ਪਲਾਨਸ ਬਹੁਤ ਬਣਾਉਣੇ ਆ ਅਤੇ ਸਾਡੇ ਤੋਂ ਉੱਪਰ ਦੀ ਜਿਹੜੀ ਪਲੈਨਿੰਗ ਹੈ ਨਾ ਉਹ ਉਸਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਅਤੇ ਉਹਦਾ ਕੰਟਰੋਲ ਉਹਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਬਿਲਕੁਲ ਸਹੀ ਕਹਿੰਦੇ ਹੋ ਤੁਸੀਂ, ਬਿਲਕੁਲ ਸਹੀ ਕਹਿੰਦੇ ਹੋ। ਉਹ ਕਹਿੰਦਾ ਕਿ ਇਸ ਸਾਲ ਨੇ ਸਾਨੂੰ ਬਹੁਤ ਕੁਝ ਸਿਖਾਇਆ, ਬਹੁਤ ਕੁਝ ਸਿਖਾਇਆ। ਇੱਕ ਜਿਹੜੀ ਸਭ ਨਾਲ ਵੱਡੀ ਚੀਜ਼ ਇਸ ਸਾਲ ਨੇ ਸਾਨੂੰ ਸਿਖਾਈ ਹੈ ਉਹ ਇਹ ਕਿ ਜੋ ਕੁਝ ਤੁਹਾਡੇ ਕੋਲ ਹੈਗਾ ਨਾ ਹੈ ਨਾ, ਪਹਿਲੇ ਉਸ ਦੇ ਵਿੱਚ ਸੰਤੁਸ਼ਟੀ ਰੱਖੋ, ਹੈ ਨਾ, ਉਸ ਦੇ ਬਾਰੇ ਸੈਟਿਸਫੈਕਸ਼ਨ ਰੱਖੋ, ਸੰਤੁਸ਼ਟ। ਇੱਕ ਅਸੀਂ ਕਹਿੰਦੇ ਹਾਂ ਕਿ ਥੈਂਕਫੁਲ ਰਹੋ ਕਿ ਤੁਹਾਡੇ ਕੋਲ ਕੀ ਚੀਜ਼ ਹੈਗੀ ਹੈ, ਤੁਹਾਡੇ ਕੋਲ ਤੁਹਾਡੀ ਆਪਣੀ ਲਾਈਫ ਹੈ, ਬਿਲਕੁਲ, ਹੈ ਨਾ, ਉਹ ਸਭ ਨਾਲ ਉੱਪਰ ਵਾਲੇ ਦੀ ਦਿੱਤੀ ਹੋਈ ਸਭ ਨਾਲ ਵੱਡੀ ਬਦੌਲਤ, ਸਭ ਨਾਲ ਵੱਡੀ ਬਦੌਲਤ ਹੈ, ਜਾਨ ਹੈ ਤੇ ਜਹਾਨ ਹੈ। ਇਸ ਸਾਲ ਦੇ ਵਿੱਚ ਆਈ ਥਿੰਕ ਕਿ ਵੈਲਿਊ ਪਤਾ ਲੱਗੀ ਹੋਗੀ ਕਿ ਸਾਨੂੰ ਸਾਡੀ ਜਾਨ ਦੀ, ਸਾਡੀ ਹੈਲਥ ਦੀ ਅਤੇ ਸਾਡੇ ਜਿਹੜੇ ਫੈਮਿਲੀ ਮੈਂਬਰ ਨੇ ਉਹਨਾਂ ਦੀ ਹੈਲਥ ਦੀ ਕੀ ਇੰਪੋਰਟੈਂਸ ਆ। ਸਾਨੂੰ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਕਿ ਚੀਜ਼ ਉੱਭਰ ਕੇ ਸਾਹਮਣੇ ਆਈ ਹੈ। ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਅਤੇ ਹੋਰ ਵੀ ਕਈ ਚੀਜ਼ਾਂ ਨੇ ਦਿਨੇਸ਼ ਜੀ ਜਿਹੜੀਆਂ ਕਿ ਸਾਨੂੰ ਇਸ ਸਾਲ ਦੇ ਵਿੱਚ ਸਾਨੂੰ ਜਿਨ੍ਹਾਂ ਬਾਰੇ ਕਹਿ ਲਓ ਕਿ ਇਸ ਪ੍ਰਕਿਰਤੀ ਨੇ, ਇਸ ਨੇਚਰ ਨੇ ਸਾਨੂੰ ਅਲਰਟ ਕੀਤਾ ਆ, ਰਾਈਟ? ਕਿ ਅਸੀਂ ਬਹੁਤ ਧੱਕਾ ਕੀਤਾ ਆ, ਜਾਣੇ ਅਣਜਾਣੇ, ਚਾਹੇ ਜਾਂ ਨਾ ਚਾਹੇ, ਅਸੀਂ ਆਪਣੀ ਪ੍ਰਕਿਰਤੀ ਨਾਲ ਬਹੁਤ ਧੱਕਾ ਕੀਤਾ। ਬਹੁਤ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਅਸੀਂ ਉਹਨਾਂ ਦਾ ਮਿਸਯੂਜ਼ ਕੀਤਾ ਆ, ਰਾਈਟ? ਜਿਹੜੇ ਕਿ ਅਲਟੀਮੇਟਲੀ ਦੇ ਆਰ ਗੋਨਾ ਟੂ ਵੈਨਿਸ਼, ਦੇ ਆਰ ਗੋਨਾ ਟੂ ਲਾਈਕ ਲੋਪ ਹੋ ਸਕਦੇ ਸੀਗੇ ਪ੍ਰਕਿਰਤੀ ਤੋਂ। ਅਤੇ ਜਿਹੜੇ ਕਿ ਇੱਕ ਉਹਨਾਂ ਨੂੰ ਇੱਕ ਕਹਿ ਲਓ ਕਿ ਟਾਈਮ ਮਿਲਿਆ ਆ ਕਿ ਉਹ ਪੁੰਗਰ ਸਕਣ ਦੁਬਾਰਾ, ਉਹ ਦੁਬਾਰਾ ਸੰਜੀਵ ਹੋ ਸਕਣ ਅਤੇ ਕਹਿ ਲਓ ਕਿ ਨੇਚਰ ਦੇ ਵਿੱਚ ਦੁਬਾਰਾ ਸਾਹ ਲੈ ਲੈਣ। ਬਿਲਕੁਲ ਆਪਾਂ ਉਹ ਦਿਨ ਨਹੀਂ ਭੁੱਲ ਸਕਦੇ ਜਦੋਂ ਮੇ ਬੀ ਤੁਸੀਂ ਵੀ ਉਹ ਪੋਸਟਿੰਗਸ ਦੇਖੀਆਂ ਹੋਣਗੀਆਂ ਕਿ ਆਪਾਂ ਅੰਦਰ ਕੈਦ ਸੀ ਤੇ ਜਿਹੜੇ ਕੈਦ 'ਚ ਰਹਿੰਦੇ ਨੇ ਪੰਛੀ ਉਹ ਆਜ਼ਾਦ ਬਾਹਰ ਫਿਜ਼ਾ 'ਚ ਘੁੰਮ ਫਿਰ ਰਹੇ ਸੀ। ਬਿਲਕੁਲ ਸਹੀ ਕਹਿ ਰਹੇ। ਸੋ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸਾਨੂੰ ਕੁਦਰਤ ਨੇ ਉਹ ਸਿਖਾ ਦਿੱਤਾ ਆ ਕਿ ਇਹ ਜਿਹੜੀ ਜ਼ਮੀਨ ਆ, ਇਹ ਜਿਹੜੀ ਪ੍ਰਕਿਰਤੀ ਆ, ਇਹ ਜਿਹੜੀ ਧਰਤੀ ਆ, ਇਹ ਜਿਹੜਾ ਅਰਥ ਪਲੈਨਟ ਜਿਹਨੂੰ ਆਪਾਂ ਆਪਣੇ ਲਈ ਕਹਿੰਦੇ ਆ, ਐਕਚੁਅਲ 'ਚ ਇਹ ਸਿਰਫ ਹਿਊਮਨ ਬੀਇੰਗਸ ਦੇ ਲਈ ਨਹੀਂ ਹੈ। ਇਹਦੇ ਲਈ ਇਹਦੇ 'ਚ ਹੋਰ ਵੀ ਬਹੁਤ ਭਾਗੀਦਾਰ ਨੇ। ਇਹਨਾਂ ਦੇ ਵਿੱਚ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਇਹਨਾਂ ਦਰਖਤਾਂ ਦਾ, ਇਹਨਾਂ ਦਾ ਪਾਣੀਆਂ ਦਾ, ਇਹਨਾਂ ਧੁੱਪਾਂ ਦਾ, ਇਹਨਾਂ ਛਾਵਾਂ ਦਾ, ਇਹਨਾਂ ਝੀਲਾਂ ਦਾ, ਇਹਨਾਂ ਦਰਿਆਵਾਂ ਦਾ, ਇਹਨਾਂ ਦਾ ਪਰਬਤਾਂ ਦਾ, ਸਾਰਿਆਂ ਦਾ ਆਪਣਾ ਆਪਣਾ ਯੋਗਦਾਨ ਹੈ ਅਤੇ ਆਪਣਾ ਆਪਣਾ ਹਿੱਸਾ ਆ। ਬਿਲਕੁਲ ਸਹੀ ਕਹਿੰਦੇ ਹੋ ਤੁਸੀਂ, ਬਿਲਕੁਲ। ਹਰ ਉਹ ਕਹਿੰਦਾ ਕਿ ਇੱਕ ਛੋਟਾ ਜਿਹਾ ਐਗਜ਼ਾਮਪਲ ਹੈਗਾ, ਉਹ ਕਹਿੰਦਾ ਕਿ ਜਿਸ ਵੇਲੇ ਇੱਕ ਫੈਮਿਲੀ ਹੁੰਦੀ ਹੈ
ਫੈਮਿਲੀ ਦੇ ਵਿੱਚ ਅਗਰ ਦੋ ਭਰਾਵਾਂ ਦੇ ਵਿੱਚ ਕੋਈ ਛੋਟੀ ਮੋਟੀ ਮਨਮੁਟਾਵ ਹੋ ਜਾਂਦਾ ਤਾਂ ਉਹ ਦੀਵਾਰਾਂ ਖੜੀਆਂ ਹੋਣੀਆਂ ਚਾਲੂ ਹੋ ਜਾਂਦੀਆਂ। ਇੰਡੀਆ ਦੇ ਵਿੱਚ ਇੱਥੇ ਤਾਂ ਇੰਡੀਆ ਦੀਵਾਰਾਂ ਖੜੀਆਂ। ਇੱਥੇ ਜਿਹੜਾ এনवायरमेंट ਹੈ, ਨੇਚਰ ਹੈ, ਤੁਸੀਂ ਜਿਵੇਂ ਕਿਹਾ ਕਿ ਅਸੀਂ ਕਹਿੰਦੇ ਲਿਵਿੰਗ ਐਂਟੀਟੀਜ਼ ਹੈਗੀਆਂ, ਪੰਛੀ ਜਿੰਨੇ ਵੀ ਹੈ, ਪੰਛੀ ਹੈ, ਐਨੀਮਲਸ ਹੈਗੇ ਹੈ, ਬਰਡਸ, ਐਨੀਮਲਸ, ਪਲਾਂਟਸ। ਹੁਣ ਤੁਸੀਂ ਅਗਰ ਬਾਰ-ਬਾਰ ਪਲਾਂਟ ਕੱਟੀ ਜਾਓਗੇ, ਟਰੀਜ਼ ਕੱਟੀ ਜਾਓਗੇ ਤਾਂ ਯੂ ਆਰ ਕਿਲਿੰਗ ਟਰੀਜ਼, ਯੂ ਆਰ ਕਿਲਿੰਗ। ਤਾਂ ਉਹ ਉੱਪਰ ਵਾਲਾ ਤਾਂ ਦੇਖ ਰਿਹਾ ਉਹਨੇ ਕਿਹਾ ਯਾਰ ਮੈਂ ਧਰਤੀ ਬਣਾਈ ਸੀ ਸਾਰਿਆਂ ਲਈ ਬਣਾਈ ਸੀ, ਸਾਰਿਆਂ ਲਈ ਬਣਾਈ ਸੀ, ਤਾਂ ਤੁਸੀਂ ਇਹ ਨਹੀਂ ਕਰ ਸਕਦੇ ਨਾ ਕਿ ਇੱਕ ਹਿਊਮਨ ਬੀਇੰਗ ਕਹੇ ਜੀ ਮੈਂ ਪੰਛੀ ਵੀ ਮਾਰ ਦੂੰਗਾ, ਮੈਂ ਐਨੀਮਲ ਵੀ ਕਰ ਦੇਵਾਂਗਾ, ਸਿਰਫ ਮੇਰਾ ਹੀ ਹੱਕ ਹੈ। ਤਾਂ ਫਿਰ ਉਹ ਉੱਪਰ ਉਹ ਪੁਰਾਣੇ ਜ਼ਮਾਨੇ 'ਚ ਗੱਲ ਕਹਿੰਦੇ ਸੀ, ਕਹਿੰਦੇ ਜੀ ਉੱਪਰ ਵਾਲੇ ਦੀ ਜਿਹੜੇ ਲਾਠੀ ਚੱਲਦੀ ਹੈ ਨਾ ਉਹਦਾ ਸਿਰਫ ਉਹ ਬੇਆਵਾਜ਼ ਹੁੰਦੀ ਹੈ। ਤੇ ਇਸ ਸਾਲ ਨੇ ਸਾਨੂੰ ਉਹ ਗੱਲ ਸਿਖਾ ਦਿੱਤੀ ਹੈ ਕਿ ਉੱਪਰ ਵਾਲੇ ਦੀ ਲਾਠੀ ਬਹੁਤ ਮਜ਼ਬੂਤ ਹੈ, ਬਹੁਤ ਮਜ਼ਬੂਤ ਹੈ, ਰਾਈਟ। ਔਰ ਜਦੋਂ ਪੈਂਦੀ ਹੈ ਤੇ ਫਿਰ ਸਾਰੇ ਕੰਮ ਸਿੱਧੇ ਹੀ ਪੈਂਦੇ ਨੇ। ਬਿਲਕੁਲ ਸਹੀ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ ਤੁਸੀਂ। ਤੇ ਦਿਨੇਸ਼ ਜੀ ਆਪਾਂ ਇੱਕ ਵਾਰੀ ਵਾਈਂਡ ਅਪ ਕਰ ਲਈਏ ਕਿ ਆਪਾਂ ਪਿਛਲੇ ਸਾਲ ਦੇ ਵਿੱਚ ਜਿੱਦਾਂ ਕਿ ਨੋ ਡਾਊਟ ਆਪਣਾ ਲੋਕਡਾਊਨ ਚੱਲਦਾ ਪਿਆ ਸੀਗਾ, ਲੋਕਾਂ ਨੂੰ ਕਾਫੀ ਉਹ ਮੈਂਟਲ ਸਟ੍ਰੈਸ ਦੇ ਵਿੱਚ ਗੁਜ਼ਰ ਰਹੇ ਸੀਗੇ, ਉਹ ਜੌਬਸ ਦੀਆਂ ਪ੍ਰੋਬਲਮਸ ਨੂੰ ਲੈ ਕੇ ਜਾਂ ਕੁਝ ਆਪਣੇ ਹੈਲਥ ਇਸ਼ੂਜ਼ ਨੂੰ ਲੈ ਕੇ, ਰਾਈਟ। ਤੇ ਤੁਸੀਂ ਬੀਇੰਗ ਐਜ਼ ਅ ਆਰਗੇਨਾਈਜੇਸ਼ਨ ਜਿਹੜੀ ਤੁਸੀਂ ਰਨ ਕਰ ਰਹੇ ਹੋ, ਤੁਸੀਂ ਉਹਨਾਂ ਦੇ ਹੈੱਡ ਹੋਣ ਦੇ ਨਾਲ ਤੁਸੀਂ ਸਾਡੀ ਕਮਿਊਨਿਟੀ ਦੀ ਬਹੁਤ ਹੀ ਕਹਿ ਲਓ ਕਿ ਵਲੰਟੀਅਰ ਕੰਮ ਕੀਤੇ ਨੇ। ਸੋ ਮੈਂ ਚਾਹਾਂਗੀ ਆਪਾਂ 1 ਬਾਏ 1 ਉਹਨਾਂ ਨੂੰ ਇੱਕ ਵਾਰੀ ਵਾਈਂਡ ਅਪ ਕਰ ਦਈਏ ਕਿ ਉਹਨਾਂ ਨੂੰ ਇੱਕ ਦੱਸ ਦਈਏ ਕਿ ਅਸੀਂ ਇੱਦਾਂ ਕੀਤਾ ਸੀਗਾ, ਸਾਡੀਆਂ ਰਿਸਪੌਂਸਿਬਿਲਿਟੀਜ਼ ਨੋ ਡਾਊਟ ਅਸੀਂ ਇਹਨਾਂ ਨੂੰ ਕੈਰੀ ਫਾਰਵਰਡ ਕਰਾਂਗੇ। ਬਿਲਕੁਲ ਸਹੀ ਹੈ। ਬਟ ਅਸੀਂ ਜੋ ਤੁਹਾਡੇ ਲਈ ਕੀਤਾ ਆ ਇੱਕ ਵਾਰੀ ਜ਼ਰੂਰਤ ਆ ਉਹਨਾਂ ਨੂੰ ਇੱਕ ਵਾਰੀ ਆਪਾਂ ਬੁਲਟ ਪੁਆਇੰਟਸ ਉਹਨਾਂ ਦੇ ਡਿਸਕਸ ਕਰ ਲਈਏ। ਬਿਲਕੁਲ ਸਹੀ ਗੱਲ ਹੈ। ਜਿਵੇਂ ਤੁਸੀਂ ਕਿਹਾ ਕਿ ਲੋਕਡਾਊਨ ਹੋਇਆ ਸੀ, ਅਸੀਂ ਸਾਰੇ ਅੰਦਰ ਘਰਾਂ ਦੇ ਅੰਦਰ ਬੈਠੇ ਸੀ, ਬਾਹਰ ਨਿਕਲ ਨਹੀਂ ਸੀ ਸਕਦੇ ਸੀ, ਠੀਕ ਹੈ। ਤੇ ਇਹ ਕਮ ਸੇ ਕਮ ਮੇਰੀ ਰੀਸੈਂਟ ਮੈਮਰੀ ਦੇ ਵਿੱਚ ਜਿੰਨਾ ਵੱਡੇ ਵੀ ਅਸੀਂ ਹੋ ਗਏ ਹਾਂ, ਪਹਿਲੀ ਵਾਰੀ ਹੋਇਆ ਸੀ ਇਹ ਚੀਜ਼। ਬਿਲਕੁਲ ਪਹਿਲੀ ਵਾਰੀ ਹੋਇਆ ਸੀ, ਮਤਲਬ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਹੋ। ਆਪਾਂ ਵਰਡ ਪਹਿਲੀ ਵਾਰ ਸੁਣਿਆ ਸੀ ਦਿਨੇਸ਼ ਕਿ ਲੋਕਡਾਊਨ, ਹਾਂ ਵਰਡ ਕੁਝ ਇਹ ਵੀ ਟਰਮ ਹੁੰਦੀ ਆ ਲੋਕਡਾਊਨ। ਹਾਂ, ਤੇ ਹੁਣ ਜਿਸ ਵੇਲੇ ਇਹ ਹੋਇਆ ਸੀ ਤੇ ਮੈਂ ਕਮਿਊਨਿਟੀ ਵਾਲਾ ਬੰਦਾ, ਮੈਂ ਮਤਲਬ ਇਹ ਹੈ ਕਿ ਪਹਿਲੇ ਮੈਂ ਐਜ਼ ਅ ਸਾਇਲੈਂਟ ਦੇ ਰੂਪ ਦੇ ਵਿੱਚ ਕਮਿਊਨਿਟੀ ਦੇ ਵਿੱਚ ਕੰਮ ਕਰਦਾ ਰਹਿੰਦਾ ਸੀ, ਲੋ ਪ੍ਰੋਫਾਈਲ 'ਤੇ ਕੰਮ ਕਰ। ਲੇਕਿਨ ਇਸ ਵੇਲੇ ਜਿਸ ਵੇਲੇ ਸਿਚੁਏਸ਼ਨ ਆਈ ਤੇ ਮੈਂ ਕਹਿੰਦਾ ਕਿ ਕਈ ਵਾਰੀ ਉੱਪਰ ਵਾਲਾ ਤੁਹਾਨੂੰ ਇੱਕ ਸੰਦੇਸ਼ਾ ਦਿੰਦਾ ਤੁਸੀਂ, ਤੇ ਮੈਨੂੰ ਇਹ ਲੱਗਿਆ ਕਿ ਕੁਝ ਕਰਨਾ ਚਾਹੀਦਾ, ਕੁਝ ਕਰਨਾ ਚਾਹੀਦਾ ਕਮਿਊਨਿਟੀ ਦੇ ਲਈ, ਕੁਝ ਕਰਨਾ ਚਾਹੀਦਾ। ਕਿਉਂਕਿ ਜੋ ਕੁਝ ਸਾਡੇ ਕੋਲ ਹੈ, ਸਾਨੂੰ ਚਾਹੇ ਸਾਰਿਆਂ ਨੂੰ ਲੱਗਦਾ ਹੈ ਕਿ ਯਾਰ ਮੇਰੇ ਕੋਲ ਇਹ ਘੱਟ ਹੈਗਾ ਹੈ, ਲੇਕਿਨ ਕਿਸੇ ਦੂਸਰੇ ਦੇ ਨਜ਼ਰੀਏ ਨਾਲ ਦੇਖੋ ਨਾ ਤਾਂ ਸਾਡੇ ਕੋਲ ਬਹੁਤ ਕੁਝ ਹੈਗਾ ਹੈ, ਬਹੁਤ ਕੁਝ ਹੈਗਾ ਜੋ ਕੁਝ ਸਾਡੇ ਕੋਲ ਹੈਗਾ। ਤੇ ਜਿਸ ਵੇਲੇ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਸੀ, ਲੋਕਾਂ ਕਿ ਮਤਲਬ ਲੋਕਾਂ ਨੂੰ ਸਟ੍ਰੈਸ ਹੋ ਰਹੀ ਹੈ, ਐਂਗਜ਼ਾਇਟੀ ਹੋ ਰਹੀ ਹੈ, ਸਭ ਕੁਝ, ਤੇ ਅਸੀਂ ਪਹਿਲਾ ਕੰਮ ਕੀ ਕੀਤਾ ਸੀ ਕਿ ਐਜ਼ ਐਨ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਲੋਕਾਂ ਨੂੰ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਸੀ ਵਿਚ ਸੇਜ਼ ਕਿ ਅਗਰ ਤੁਸੀਂ ਸਟ੍ਰੈਸ ਦੇ ਨਾਲ ਗੁਜ਼ਰ ਰਹੇ ਹੋ, ਐਂਗਜ਼ਾਇਟੀ ਦੇ ਨਾਲ ਗੁਜ਼ਰ ਰਹੇ ਹੋ, ਇਹ ਫ੍ਰੀ ਰਿਸੋਰਸਿਸ ਹੈ। ਹਨੀ ਬਾਜੀ ਸਾਡੇ ਇੱਥੇ ਪਾ ਦੇਣਗੇ ਫਲਾਇਰ, ਜਿਹੜਾ ਅਸੀਂ ਪੋਸਟਰ ਲੋਕਾਂ ਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਕਿ ਇਹ ਰਿਸੋਰਸਿਸ ਹੈਗੇ, ਇਸ ਆਰਗੇਨਾਈਜੇਸ਼ਨ ਨੂੰ ਤੁਸੀਂ ਕੰਟੈਕਟ ਕਰੋ, ਫ੍ਰੀ ਰਿਸੋਰਸਿਸ ਆ। ਤੁਹਾਨੂੰ ਉਹ ਕੋਈ ਕੁਐਸਚਨ ਨਹੀਂ ਪੁੱਛਣਗੇ ਕਿ ਤੁਹਾਨੂੰ ਕਿੰਨੇ ਰੈਫਰ ਕੀਤਾ, ਕੀ ਕੀਤਾ, ਉਹ ਸਿੰਪਲੀ ਤੁਹਾਨੂੰ ਸਟ੍ਰੈਸ ਹੈ, ਐਂਗਜ਼ਾਇਟੀ ਹੈ, ਕੌਨਫੀਡੈਂਸ਼ੀਅਲ ਰਹੇਗਾ, ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ, ਪੰਜਾਬੀ ਹੈ, ਹਿੰਦੀ ਹੈ, ਜਿਹੜੀ ਵੀ ਹੈ ਲੈਂਗੁਏਜ ਦੇ ਨਾਲ ਤੁਹਾਡੇ ਨਾਲ ਗੱਲ ਕਰਕੇ ਉਹ ਕਰਨਗੇ। ਇੱਕ ਗੱਲ ਚਲੋ ਹੋ ਗਈ, ਹੁਣ ਤੁਸੀਂ ਲੋਕਾਂ ਦੀ ਸਟ੍ਰੈਸ ਵੀ ਹੱਲ ਕਰਤੀ, ਐਂਗਜ਼ਾਇਟੀ ਵੀ ਦੂਰ ਕਰਤੀ। ਪਰ ਜਿਸ ਵੇਲੇ ਲੋਕਡਾਊਨ ਹੋਇਆ ਤੇ ਬਿਜ਼ਨਸਿਸ ਡਾਊਨ ਹੋਣੇ ਚਾਲੂ ਹੋ ਗਏ ਸੀ, ਬਿਜ਼ਨਸਿਸ ਡਾਊਨ ਹੋਏ ਸੀ, ਤੇ ਬਿਜ਼ਨਸਿਸ ਡਾਊਨ ਹੋਏ ਸੀ ਤੇ ਲੋਕਾਂ ਦੀਆਂ ਨੌਕਰੀਆਂ ਗਈਆਂ ਸੀ, ਹੈ ਨਾ। ਸਟ੍ਰੈਸ ਐਂਗਜ਼ਾਇਟੀ ਹੁੰਦਾ ਸਨ ਨਾਲ ਇੱਕ ਨਾਲ ਵੱਡਾ ਕਾਰਨ ਇਹ ਸੀ ਕਿ ਲੋਕਾਂ ਦੀਆਂ ਨੌਕਰੀਆਂ ਗਈਆਂ ਸੀ, ਠੀਕ ਹੈ। ਮੈਨੂੰ ਤੁਸੀਂ ਮੰਨੋਗੇ ਨਹੀਂ, ਅਪ੍ਰੈਲ ਦੇ ਮਹੀਨੇ ਦੇ ਵਿੱਚ ਦਾ ਜਿਹੜਾ ਸਟੈਟਿਸਟਿਕ ਕੱਢੀ ਹੈ ਤੇ ਉਹ ਹੈਗਾ ਸੀ ਕਿ 3 ਮਿਲੀਅਨ ਕੈਨੇਡੀਅਨਸ ਦੀ ਜੌਬ ਚਲੀ ਗਈ ਸੀ। ਬਿਜ਼ਨਸ ਵੀ ਡਾਊਨ ਹੋ ਗਏ, ਬਿਜ਼ਨਸ ਡਾਊਨ ਹੋਏ ਸੀ, ਇਸ ਦੀ ਵਜ੍ਹਾ ਕਰਕੇ ਜੌਬਸ ਚਲੀਆਂ ਗਈਆਂ। 3 ਮਿਲੀਅਨ ਕੈਨੇਡੀਅਨਸ ਦੀ ਜੌਬ ਚਲੀ ਗਈ ਸੀ, ਰਾਈਟ। ਓਕੇ, ਹੁਣ ਅਸੀਂ 3 ਮਿਲੀਅਨ ਕੈਨੇਡੀਅਨਸ ਨੂੰ ਜੌਬ ਨਹੀਂ ਦੇ ਸਕਦੇ, ਬਟ ਅਸੀਂ ਇਹ ਸੋਚਿਆ, ਵੀ ਰੀਚਡ ਆਊਟ ਟੂ ਲੋਕਾਂ, ਕਮਿਊਨਿਟੀ ਦੇ ਲੋਕਾਂ ਦੇ ਵਿੱਚ ਪਹੁੰਚੇ, ਹੈ ਨਾ। ਹਰ ਕੋਈ ਕੁਝ ਕਰਨਾ ਚਾਹੁੰਦਾ ਸੀ, ਜਿਨ੍ਹਾਂ ਕੋਲ ਹੈਗਾ ਸੀ ਉਹ ਹਰ ਕੋਈ ਕੁਝ ਕਰਨਾ ਚਾਹੁੰਦਾ ਸੀ। ਉਹ ਇੱਕ ਪਲੇਟਫਾਰਮ ਜਿਹਾ ਲੱਭ ਰਹੇ ਸੀ ਕਿ ਕੋਈ ਇਹੋ ਜਿਹਾ ਪਲੇਟਫਾਰਮ ਬਣੇ ਜਿਸ ਦੇ ਉੱਤੇ ਉਹ ਲੋਕਾਂ ਦੀ ਹੈਲਪ ਕਰ ਸਕਣ। ਤੇ ਅਸੀਂ ਉਹ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਲੋਕਾਂ ਨੂੰ ਕਿ ਤੁਸੀਂ ਆਓ ਇੱਥੇ, ਲੋਕਾਂ ਨੂੰ ਇਨਫੋਰਮੇਸ਼ਨ ਦਿਓ ਕਿ ਕਿਵੇਂ ਉਹ ਆਪਣੀ ਲਾਈਫ ਦੁਬਾਰਾ
ਮਤਲਬ ਬਿਲਡ ਅਪ ਕਰ ਦਿੰਦੇ। ਪਹਿਲਾਂ ਅਸੀਂ ਇੱਕ ਸੈਸ਼ਨ ਕਰਾਇਆ ਸੀ ਇੱਕ ਕੈਰੀਅਰ ਇਨ ਬੈਂਕਿੰਗ ਕਰਕੇ, ਹੈ ਨਾ, ਉਹ ਕਿ ਅਗਰ ਕੋਈ ਕਿਸੇ ਦੀ ਨੌਕਰੀ ਚਲੀ ਗਈ ਹੈ ਤੇ ਉਹ ਬੈਂਕ ਦੇ ਵਿੱਚ ਨੌਕਰੀ ਕਰਨਾ ਚਾਹੁੰਦਾ ਤੇ ਉਹ HSBC ਬੈਂਕ ਹੈਗਾ ਕੈਨੇਡਾ ਦਾ ਇੱਕ ਬਹੁਤ ਟਾਪ ਬੈਂਕ ਹੈਗਾ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਆਏ ਸੀ। ਇੱਕ CIBC ਬੈਂਕ ਹੈ, ਉਹਨਾਂ ਦੇ ਜਨਰਲ ਮੈਨੇਜਰ ਆਏ ਸੀ। ਉਹਨਾਂ ਨੇ ਬਹੁਤ ਸਿੰਪਲ ਤਰੀਕੇ ਨਾਲ ਲੋਕਾਂ ਨੂੰ ਦੱਸੀਆਂ ਸੀ, ਗੱਲਾਂ ਦੱਸੀਆਂ ਸੀ ਕਿ ਅਗਰ ਤੁਸੀਂ ਬੈਂਕ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ, ਬੈਂਕ ਦੇ ਵਿੱਚ ਬਹੁਤ ਅਪਰਚੁਨਿਟੀਜ਼ ਅਵੇਲੇਬਲ ਹੁੰਦੀ ਹੈ। ਇੱਕ ਟੈਲਰ ਦੀ ਵੀ ਹੁੰਦੀ ਹੈ, ਇੱਕ ਮੌਰਗੇਜ ਬ੍ਰੋਕਰ ਦੀ ਵੀ ਹੁੰਦੀ ਹੈ, ਇੱਕ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਦੀ ਹੁੰਦੀ ਹੈ। ਉਹਨਾਂ ਨੇ ਉਹ ਸਿੰਪਲ ਤਰੀਕੇ ਨਾਲ ਦੱਸੀਆਂ। ਹੁਣ ਹਰ ਕੋਈ ਹੋ ਸਕਦਾ ਬੈਂਕ ਦੇ ਵਿੱਚ ਨੌਕਰੀ ਨਾ ਕਰਨਾ ਚਾਹੁੰਦਾ ਹੋਏ, ਹੈ ਨਾ, ਲੋਕਾਂ ਦੀਆਂ ਹੋਰ ਕੈਰੀਅਰ ਵਿੱਚ ਹੁੰਦੀਆਂ। ਦੈਨ ਵੀ ਡਿਡ ਅ ਸੈਸ਼ਨ ਜਿਸ ਦੇ ਵਿੱਚ ਅਸੀਂ ਇੱਕ ਕਿਹਾ ਸੀ ਇੱਕ ਕੈਰੀਅਰ ਇਨ ਸਪਲਾਈ ਚੇਨ ਕਰਕੇ। ਹੁਣ ਇਹ ਸਪਲਾਈ ਚੇਨ ਇੱਕ ਇਹੋ ਜਿਹਾ ਹੈ ਫੀਲਡ ਹੈਗਾ, ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ, ਤੁਹਾਨੂੰ ਸਪਲਾਈ ਚੇਨ ਚਾਹੀਦੀ ਹੈ ਬਿਕਾਜ਼ ਉਹ ਵੇਅਰ ਹਾਊਸ ਦੇ ਮੈਨੇਜਰ ਜਿਹੜੇ ਹੁੰਦੇ ਆ, ਇਨਵੈਂਟਰੀ ਵਾਲੇ ਹੁੰਦੇ ਆ, ਇਹ ਸਾਰੇ ਦੇ ਬਿਕਮ ਪਾਰਟ ਆਫ ਸਪਲਾਈ ਚੇਨ। ਤੇ 3 ਬਹੁਤ ਹੀ ਵੱਡੀ ਆਰਗੇਨਾਈਜੇਸ਼ਨਸ ਹੈ ਕੈਨੇਡਾ ਦੀ। ਇੱਕ ਹੈ ਓਨਟਾਰੀਓ ਪਾਵਰ ਜਨਰੇਸ਼ਨ ਕਰਕੇ, ਉਹਨਾਂ ਦੇ ਉਹ ਆਏ ਸੀ ਵਾਈਸ ਪ੍ਰੈਜ਼ੀਡੈਂਟ ਆਏ ਸੀ ਸਪਲਾਈ ਚੇਨ ਦੇ। ਡਿਲੋਇਟ ਇੱਕ ਕੰਪਨੀ ਹੈ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਆਏ ਸੀ, ਸੀਨੀਅਰ ਮੈਨੇਜਰ ਆਏ ਸੀ। ਇੱਕ ਹੋਰ ਆਰਗੇਨਾਈਜੇਸ਼ਨ ਸੀ, ਉਹਨਾਂ ਦੇ ਆਏ ਸੀ। ਦੇ ਆਲ ਸ਼ੇਅਰਡ ਸਿੰਪਲ ਟੈਕਨੀਕਸ। ਔਰ ਖਾਸ ਕਰ ਇਹ ਕੋਵਿਡ ਦੇ ਚੱਕਰ ਜਿਸ ਵੇਲੇ ਇੰਡਸਟਰੀ ਇਤਨੀ ਉਹ ਚੱਲ ਰਹੀ ਹੈ, ਡਾਊਨ ਚੱਲ ਰਹੀ ਹੈ, ਸਪਲਾਈ ਚੇਨ ਦਾ ਇੱਕ ਬਹੁਤ ਵੱਡਾ ਇੰਪੋਰਟੈਂਸ ਹੈ। ਹੁਣ ਤੁਸੀਂ ਇਹ ਦੇਖੋ ਕਿ ਮੈਂ ਇੱਕ ਐਗਜ਼ਾਮਪਲ ਦੇਣਾ ਐਮਾਜ਼ੋਨ ਦਾ। ਐਮਾਜ਼ੋਨ ਕੀ ਹੈ? ਐਮਾਜ਼ੋਨ ਇਜ਼ ਸਪਲਾਈ ਚੇਨ, ਕਿਉਂਕਿ ਐਮਾਜ਼ੋਨ ਆਪਣਾ ਕੋਈ ਪ੍ਰੋਡਕਟ ਬਣਾਉਂਦੀ ਨਹੀਂ ਹੈ। ਐਮਾਜ਼ੋਨ ਕਿਸੇ ਇੱਕ ਸਪਲਾਇਰ ਦਾ ਪ੍ਰੋਡਕਟ ਲੈਂਦੀ ਹੈ ਤੇ ਤੁਹਾਨੂੰ ਅੱਗੇ ਪ੍ਰੋਵਾਈਡ ਕਰਦੀ ਹੈ। ਇਟਸ ਅ ਚੇਨ, ਸਪਲਾਈ ਚੇਨ। ਇੱਕ ਜਗ੍ਹਾ ਤੋਂ ਮਾਲ ਚੁੱਕਿਆ ਦੂਸਰੇ ਜਗ੍ਹਾ ਤੋਂ ਮਾਲ ਪਹੁੰਚਾਇਆ। ਬਟ ਇਸ ਦੌਰਾਨ ਦੇ ਵਿੱਚ ਤੁਸੀਂ ਮੰਨੋਗੇ ਨਹੀਂ, ਮੈਨੂੰ ਪਤਾ ਲੱਗਿਆ ਸੀ ਅਜੇ ਵੀ ਹੈ, ਐਮਾਜ਼ੋਨ ਵਾਲੇ ਔਨ ਐਨ ਐਵਰੇਜ ਡੇਲੀ ਦੇ 5000 ਬੰਦੇ ਨੂੰ ਜੌਬਸ ਦੇ ਰਹੇ ਸੀ ਅਕ੍ਰੋਸ ਕੈਨੇਡਾ। Now that's 5,000 people giving it's a huge giving 5,000 people a day. I mean किन्ने टाइम तक कीता वो गल अलग है, but still giving 5,000 people a job a day because क्योंकि सप्लाई चेन इतनी बिल्ड हो रही सी, लोगों ਨੂੰ ਚਾਹੀਦਾ। because everybody was buying online, ਹਾਂਜੀ, so ਇਸ ਕਰਕੇ ਡਿਮਾਂਡ ਬਹੁਤ ਸੀ। Amazon ਹੋ ਗਿਆ, Alibaba ਹੋ ਗਿਆ, ਇੱਕ ਦੋ ਹੋਰ ਆਨਲਾਈਨ ਸਾਈਟਸ ਨੇ, ਉਹਨਾਂ ਨੇ ਲਾਈਕ ਰਿਮਾਰਕੇਬਲ ਉਹਨਾਂ ਦੇ ਸਟਾਕ ਗਏ ਆ ਉੱਤੇ ਜਸਟ ਬਿਕਾਜ਼ ਆਫ ਕਿ ਥਰੂ ਪੈਂਡੈਮਿਕ ਜਿਹੜੇ ਸ਼ਾਪਿੰਗ ਮਾਲ ਸੀਗੇ, ਆਪਾਂ ਫਿਜ਼ੀਕਲ ਸ਼ਾਪਿੰਗ ਨਹੀਂ ਕਰ ਸਕਦੇ ਸੀ, ਲੋਕਾਂ ਨੇ ਆਨਲਾਈਨ ਸ਼ਾਪਿੰਗ ਕੀਤੀ। ਸੋ ਇਸ ਕਰਕੇ ਜਿਵੇਂ ਇਹਨਾਂ ਨੇ ਕਹਿ ਲਓ ਕਿ ਹੋਇਆ ਐਮਾਜ਼ੋਨ ਨੇ ਜਿਵੇਂ ਇਹਨਾਂ ਦੀ ਡਿਮਾਂਡ ਵਧੀ ਹੈ, ਸੋ ਇਹਨਾਂ ਨੇ ਬੰਦੇ ਹਾਇਰ ਕੀਤੇ ਆ, ਬਹੁਤ ਕੀ ਹਾਇਰਿੰਗ ਹੋਈ ਹੈ। ਹਾਂ, ਤਾਂ ਤੁਸੀਂ ਦੂਸਰੇ ਹਿਸਾਬ ਨਾਲ ਇਹ ਵੀ ਦੇਖੋ ਕਿ ਜਿਸ ਵੇਲੇ ਇੱਕ ਲਾਕਡਾਊਨ ਸ਼ੁਰੂ ਹੋਇਆ ਸੀ ਤੇ ਇੱਕ ਸਿੰਪਲ ਜੀ ਚੀਜ਼ ਹੁੰਦੀ ਹੈ ਜਿਸ ਕਈ ਵਾਰੀ ਅਸੀਂ ਉਹਨੂੰ ਨਾ ਇਤਨੀ ਇੰਪੋਰਟੈਂਸ ਨਹੀਂ ਦਿੰਦੇ, ਉਹ ਹੈ ਟਾਇਲਟ ਪੇਪਰ ਹੈਗੇ ਆ। ਸਟੋਰਾਂ ਦੇ ਵਿੱਚ ਟਾਇਲਟ ਪੇਪਰ ਖਤਮ ਹੋ ਗਏ ਸੀ। ਨਾਓ ਦੇਅਰ ਸਪਲਾਈ ਚੇਨ ਨੇ ਕਿੰਨਾ ਵੱਡਾ ਰੋਲ ਪਲੇ ਕੀਤਾ ਸੀ ਇੰਸ਼ੋਰਿੰਗ ਕਿ ਯਾਰ ਲੋਕਾਂ ਓਬਵੀਅਸਲੀ ਲੋਕ ਡਰ ਗਏ ਸੀ, ਲੋਕਾਂ ਨੇ ਗਏ ਫਰੂਟਸ ਚੱਕੇ, ਸਬਜ਼ੀਆਂ ਚੱਕੀਆਂ, ਗਰੋਸਰੀ ਚੁੱਕੀ, ਜੋ ਟਾਇਲਟ ਪੇਪਰ ਚੁੱਕੇ, ਉਹ ਸਟਾਕਸ ਸ਼ੈਲਫਾਂ ਖਾਲੀ ਹੋਣੀਆਂ। ਚਲੋ ਸਪਲਾਈ ਚੇਨ ਨੇ ਇੰਨਾ ਵੱਡਾ ਰੋਲ ਪਲੇ ਕੀਤਾ ਸੀ ਕਿ ਇੱਕ ਖਾਲੀ ਹੁੰਦੇ ਸੀ ਉਹ ਫਿਰ ਭਰ ਦਿੰਦੇ ਸੀ, ਫਿਰ ਚੱਕਣਾ ਪੈਂਦਾ ਸੀ ਨਾ ਸਮਾਨ, ਕਿੱਥੋਂ ਨਾ ਕਿੱਥੋਂ ਤਾਂ ਚੱਕਣਾ ਪੈਂਦਾ ਸੀ ਚੱਕੇ ਤੋਂ। ਦੈਟਸ ਦੀ ਹੋਲ ਸਪਲਾਈ ਚੇਨ ਦੀ। ਉਹਨਾਂ ਲੋਕਾਂ ਨੇ ਆ ਕੇ ਦੱਸਿਆ ਕਿ ਅਗਲੇ 5-10 ਸਾਲਾਂ ਦੇ ਵਿੱਚ ਸਪਲਾਈ ਚੇਨ ਕਿੰਨਾ ਵੱਡਾ ਕੈਰੀਅਰ ਪਲੇ ਕਰਨ ਵਾਲੀ ਹੈ। ਫਿਰ ਹੋਇਆ ਕਿ ਸਪਲਾਈ ਚੇਨ ਵੀ ਹੋ ਗਈ, ਇਹ ਬੈਂਕਿੰਗ ਵੀ ਹੋ ਗਈ। ਅਸੀਂ ਕੀਤਾ ਕਿ ਅਕਾਊਂਟਸ ਦੇ ਵਿੱਚ ਕੈਰੀਅਰ ਦੀ ਕਿੰਨੀਆਂ ਅਪਰਚੁਨਿਟੀਆਂ ਅਵੇਲੇਬਲ ਹੈਗੀਆਂ। ਅਕਾਊਂਟ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ, ਤੁਸੀਂ ਕਿਸੇ ਛੋਟੇ ਜਿਹੀ ਮੈਨੂਫੈਕਚਰਿੰਗ ਸ਼ਾਪ ਦੇ ਵਿੱਚ ਕੰਮ ਕਰਦੇ ਹੋ, ਜਾਂ ਤੁਹਾਡੀ ਹੈਗੀ, ਜਾਂ ਕੋਈ ਬਹੁਤ ਵੱਡੀ ਇੰਡਸਟਰੀ ਹੈ, ਕੋਈ ਬੈਂਕ ਹੈ, ਕੋਈ ਇੰਸ਼ੋਰੈਂਸ ਕੰਪਨੀ ਹੈ, ਅਕਾਊਂਟੈਂਟਸ ਦੀ ਜ਼ਰੂਰਤ ਹਰ ਜਗ੍ਹਾ ਤੇ ਹੁੰਦੀ ਹੈ। ਤੋ ਇਸ ਕਰਕੇ ਅਸੀਂ ਅਕਾਊਂਟਸ ਦੇ ਲੋਕਾਂ ਦੇ ਮਤਲਬ ਲੋਕ ਅਗਰ ਕੋਈ ਅਕਾਊਂਟੈਂਟ ਬਣਨਾ ਚਾਹੁੰਦਾ ਤੇ ਅਸੀਂ ਅਕਾਊਂਟਸ ਦੇ ਬਾਰੇ ਵਿੱਚ ਵੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ। ਅਸੀਂ ਇੱਕ ਹੋਰ ਸੈਸ਼ਨ ਕੀਤਾ ਸੀ ਕਿ ਉਹ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਹੈ ਡਗ ਫੋਰਡ, ਉਹਨਾਂ ਨੇ ਕਿਹਾ ਜੀ ਇਹ ਸਮਾਲ ਬਿਜ਼ਨੈਸਿਸ ਨੇ ਇਸ ਕੋਵਿਡ ਦੇ ਚੱਕਰ ਦੇ ਵਿੱਚ ਸਾਨੂੰ ਓਨਟਾਰੀਓ ਗਵਰਨਮੈਂਟ ਨੂੰ ਬਹੁਤ ਸਪੋਰਟ ਕੀਤੀ ਹੈ। ਨਾਓ ਆਵਰ ਮੈਂਡੇਟ ਇਜ਼ ਮੇਕ ਇਨ ਓਨਟਾਰੀਓ ਐਂਡ ਬਾਈ ਇਨ ਓਨਟਾਰੀਓ, ਬਿਲਡ ਇਨ ਓਨਟਾਰੀਓ, ਬਾਈ ਇਨ ਓਨਟਾਰੀਓ। ਤੇ ਉਹਨਾਂ ਨੇ ਪੂਰਾ ਕਿਹਾ ਕਿ ਅਸੀਂ ਮੈਨੂਫੈਕਚਰਿੰਗ ਇੰਡਸਟਰੀ ਨੂੰ ਪੂਰੀ ਸਪੋਰਟ ਦੇਣ ਵਾਲੇ ਹਾਂ। ਹਾਂਜੀ, ਬਿਲਕੁਲ ਪੂਰੀ ਸਪੋਰਟ। ਇਸ ਕਰਕੇ ਅਸੀਂ ਇੱਕ ਸੈਸ਼ਨ ਕੀਤਾ ਸੀ ਜਿਸ ਦੇ ਕਿ ਅਗਰ ਤੁਸੀਂ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜੌਬ ਕਰਨਾ ਚਾਹੁੰਦੇ ਹੋ, ਹੈ ਨਾ, ਇਹ ਸਾਰੀਆਂ ਜੌਬਸ ਤੇ ਹੋ ਗਈਆਂ। ਦੈਨ ਇਸ਼ੂ ਕੇਮ ਇਨ ਕਿ
ਸਾਡੇ ਬਹੁਤ ਸਾਰੇ ਯੰਗ ਜਨਰੇਸ਼ਨ ਹੈ ਜਿਹੜੀ ਯੂਨੀਵਰਸਿਟੀਜ਼ ਤੋਂ ਪੜ੍ਹ ਕੇ ਆ ਰਹੀ ਹੈ, ਕਾਲਜਿਸ ਤੋਂ ਪੜ੍ਹ ਕੇ ਆ ਰਹੀ ਹੈ, ਯੂਨੀਵਰਸਿਟੀ ਤੋਂ ਪੜ੍ਹ ਕੇ ਆ ਰਹੀ ਹੈ, ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਹੈ, ਜਾਂ ਉਹਨਾਂ ਨੂੰ ਕਹਿੰਦੇ ਨਾ ਕੈਰੀਅਰ ਗਾਈਡੈਂਸ ਚਾਹੀਦੀ ਹੈ, ਕੈਰੀਅਰ ਕੋਚਿੰਗ ਚਾਹੀਦੀ ਹੈ ਕਾਈਂਡ ਆਫ ਸਟਫ ਤੋਂ ਦੈਨ ਅਸੀਂ ਆਪਣੇ ਪ੍ਰੋਗਰਾਮ ਬਿਲਡ ਅਪ ਕੀਤੇ ਵਿਚ ਵੀ ਸੈਡ ਬਿਲਡ ਯੂਅਰ ਕੈਰੀਅਰ ਇਨ ਕੈਨੇਡਾ ਕਰਕੇ ਕਿ ਛੋਟੇ ਕਦਮ ਹੁੰਦੇ ਆ, ਸਟੈਪ ਹੁੰਦੇ ਆ ਕਿ ਥੋੜ੍ਹੀ ਜਿਹੀ ਮਿਹਨਤ ਕਰੋ, ਥੋੜ੍ਹੀ ਜਿਹੀ ਪ੍ਰੋਪਰ ਗਾਈਡੈਂਸ ਲਓ। ਤੋ ਵੀ ਡਿਡ all that stuff ਅਸੀਂ ਇੱਥੇ ਹੀ ਆ ਕੇ ਤੁਹਾਨੂੰ ਯਾਦ ਹੈ ਅਸੀਂ ਪ੍ਰੋਗਰਾਮ ਸ਼ੇਅਰ ਕੀਤੇ ਸੀ ਹੈ ਨਾ, ਪ੍ਰੋਗਰਾਮ ਸ਼ੇਅਰ ਕੀਤੇ ਸੀ। ਬਟ ਇਹਨਾਂ ਸਾਰਿਆਂ ਨੂੰ ਕਰਾ ਕੇ ਇੱਕ ਚੀਜ਼ ਐਂਡ ਦੇ ਵਿੱਚ ਬਣਦੀ ਹੈ, ਉਹ ਇਹ ਕਿ ਜਿੰਨੀ ਮਰਜ਼ੀ ਚਾਹੇ ਮਿਹਨਤ ਕਰ ਲਓ, ਐਂਡ ਦੇ ਵਿੱਚ ਥੋੜੀ ਜਿਹੀ ਮਸਤੀ ਤੇ ਬਣਦੀ ਹੈ। ਬਿਲਕੁਲ ਬਣਦੀ ਹੈ ਜੀ, ਥੋੜੀ ਜਿਹੀ ਮਸਤੀ ਤੇ ਬਣਦੀ ਹੈ ਕਿਉਂਕਿ ਅਗਰ ਤੁਸੀਂ ਮਸਤੀ ਨਹੀਂ ਕਰੋਗੇ ਤਾਂ ਤੁਸੀਂ ਸਟ੍ਰੈਸ ਦੇ ਵਿੱਚ, ਨੌਕਰੀ ਦੇ ਵਿੱਚ, ਟੈਨਸ਼ਨ ਦੇ ਵਿੱਚ ਹੋ ਜਾਓਗੇ। ਤੇ ਉਸ ਮਸਤੀ ਨੂੰ ਕਰਨ ਲਈ ਅਸੀਂ ਹੁਣੇ ਪਿਛਲੇ ਹਫਤੇ ਕੀਤੀ ਸੀ, 2 ਹਫ਼ਤੇ ਪਹਿਲੇ ਕੀਤੀ ਸੀ, ਇੱਕ ਵਰਚੁਅਲ ਹੌਲੀਡੇ ਪਾਰਟੀ ਕੀਤੀ। ਵਰਚੁਅਲ ਹੌਲੀਡੇ ਪਾਰਟੀ ਲੋਕਾਂ ਨੇ ਪੁੱਛਿਆ ਸੀ ਕਿ ਯਾਰ ਇਹ ਵਰਚੁਅਲ ਹੌਲੀਡੇ ਪਾਰਟੀ ਤੁਸੀਂ ਮਤਲਬ ਫੀਡਬੈਕ ਪੁੱਛੋ। 100 ਕੋਲ ਜ਼ਿਆਦਾ ਬੰਦੇ ਹੈਗੇ ਸੀ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਪਾਰਟੀ ਉਹਨਾਂ ਨੇ ਅਟੈਂਡ ਕੀਤੀ ਸੀ। ਪਾਰਟੀ ਕਿਉਂ ਮਤਲਬ ਅਸੀਂ ਮਿਊਜ਼ਿਕ ਲਾਇਆ, ਹੁਣ ਤੁਸੀਂ ਇਹ ਮੰਨੋ ਕਿ ਮਿਊਜ਼ਿਕ ਇੱਥੇ ਲਾ ਕੇ ਇੱਥੇ ਡਾਂਸ ਕਰੋ, ਇਹ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਡਾਂਸ ਕਰ ਰਹੇ ਸੀ, ਜਾਂ ਅਸੀਂ ਗੇਮ ਦੇ ਵਰ ਇੰਜੋਇੰਗ ਇਟ। ਸੋ ਕੁਇਜ਼ ਗੇਮਾਂ ਕਰਾਈਆਂ ਸੀ, ਅਸੀਂ ਲੋਕਾਂ ਨੂੰ ਪ੍ਰਾਈਜ਼ਸ ਦਿੱਤੇ ਸੀ। ਤੇ ਆਲ ਇਨ ਆਲ ਜਿੰਨਾ ਸਾਡੇ ਕੋਲ ਆਲ ਦਿਸ ਜੋ ਵੀ ਅਸੀਂ ਕਰਵਾਇਆ ਸਾਰਾ ਫ੍ਰੀ ਆਫ ਕਾਸਟ ਕਮਿਊਨਿਟੀ ਦੀ ਹੈਲਪ ਲਈ ਕੀਤਾ ਹੈ। ਤੇ ਜਿੰਨਾ ਸਾਡੇ ਕੋਲ ਹੋ ਸਕਿਆ ਅਸੀਂ ਉਨੀ ਕਮਿਊਨਿਟੀ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਅੱਗੋਂ ਵੀ ਕਰਦੇ ਰਹਾਂਗੇ। ਬਿਲਕੁਲ ਦਿਨੇਸ਼ ਜੀ, ਮੈਂ ਰੀਅਲੀ ਅਪਰੀਸ਼ੀਏਟ ਕਰਦੀ ਹਾਂ ਤੁਸੀਂ ਸਾਡੇ ਕਮਿਊਨਿਟੀ ਦੇ ਲਈ ਇਸ ਸਾਲ ਦੇ ਵਿੱਚ ਲਾਈਕ 2020 ਦੇ ਵਿੱਚ ਉਹਨਾਂ ਨੂੰ ਲਾਈਕ ਹਰ ਫੀਲਡ ਦੇ ਵਿੱਚ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਚਲੋ ਹੁਣ ਆਪਾਂ ਅਗਲੇ ਸਾਲ ਦੀ ਗੱਲ ਕਰਦੇ ਹਾਂ। ਬਿਲਕੁਲ, ਮੈਂ ਇਸ ਤੁਹਾਡੇ ਕੋਲੇ ਅਗਲੇ ਸਾਲ ਦੇ ਵਾਸਤੇ ਕੀ ਨੇ ਤੁਹਾਡੇ ਪਲਾਨਸ, ਥੋੜੇ ਜਿਹੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਲਓ। ਬਾਕੀ ਤਾਂ ਖੈਰ ਜਿਵੇਂ ਜਿਵੇਂ ਆਪਣੇ ਪ੍ਰੋਗਰਾਮ ਆਉਂਦੇ ਰਹਿਣਗੇ, ਸੈਸ਼ਨ ਹੁੰਦੇ ਰਹਿਣਗੇ, ਆਪਾਂ ਉਹਨਾਂ 'ਚ ਡਿਸਕਸ ਕਰਾਂਗੇ, ਪਰ ਕੁਝ ਬੁਲੇਟ ਪੁਆਇੰਟਸ ਜੇ ਤੁਸੀਂ ਉਹਨਾਂ ਨਾਲ ਸ਼ੇਅਰ ਕਰਨਾ ਚਾਹੋ। ਮੈਂ ਇੱਕ ਗੱਲ 2021 ਦੇ ਕਰਨ ਕੋਲ ਪਹਿਲੇ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਹਾਂ 2020 ਜਿਹੜਾ ਬਹੁਤ ਚੈਲੰਜਿੰਗ ਪੀਰੀਅਡ ਰਿਹਾ, ਬਹੁਤ ਡਿਫਿਕਲਟ ਰਿਹਾ, ਲੇਕਿਨ ਮੈਂ ਅੱਜ ਤਹਿ ਦਿਲ ਤੋਂ ਪੂਰੇ ਦਿਲੋਂ ਤੋਂ ਸ਼ੁਕਰਗੁਜ਼ਾਰ ਹਾਂ ਆਪਣੀ ਟਰੱਕਿੰਗ ਕਮਿਊਨਿਟੀ ਦੇ ਭਾਈ ਭੈਣਾਂ ਦਾ, ਕਿਉਂਕਿ ਸਪਲਾਈ ਚੇਨ ਬਗੈਰ ਟਰੱਕਿੰਗ ਇੰਡਸਟਰੀ ਦੇ ਨਹੀਂ ਚੱਲ ਸਕਦੀ। ਇੰਨੀ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਵੀ ਟਰੱਕਿੰਗ ਇੰਡਸਟਰੀ ਨੇ ਪੂਰਾ ਸਾਥ ਦਿੱਤਾ, ਕਮਿਊਨਿਟੀ ਦਾ ਸਾਥ ਦਿੱਤਾ। ਮੈਂ ਪੂਰਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲ ਹੈ, ਚਾਹੇ ਡਾਕਟਰਸ ਹੈ, ਨਰਸ ਹੈ, ਹਸਪੀਟਲਸ ਦੇ ਵਿੱਚ ਜਿਹੜੀਆਂ ਵੀ ਕੰਮ ਕਰਨ ਵਾਲੇ ਹੈ, ਕਲੀਨਿੰਗ ਸਟਾਫ ਹੈਗਾ ਜਿਹੜਾ ਵੀ ਹੈ ਨਾ, ਜਿਹੜੇ ਵੀ ਇਸੈਂਸ਼ੀਅਲ ਜਿਹੜੇ ਫੂਡ ਚੇਨਸ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਹੈ, ਇੰਸ਼ੋਰਿੰਗ ਕਿ ਯਾਰ ਤੁਹਾਡੇ ਕੋਲ ਟਾਇਲਟ ਪੇਪਰ ਰਹੇ ਜਾਂ ਫੂਡ ਅਪਲਾਈ ਹੋਏ, ਉਹ ਵੀ ਆਪਣੀ ਲਾਈਫ ਰਿਸਕ ਤੇ ਕਰਕੇ ਕਰ ਰਹੇ ਹਨ। ਮੈਂ ਅੱਜ ਉਹਨਾਂ ਸਾਰੇ ਲੋਕਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਣਾ, ਥੈਂਕ ਯੂ ਕਹਿਣਾ ਕਿ ਅਗਰ ਤੁਸੀਂ ਲੋਕ ਨਹੀਂ ਇਹ ਕਦਮ ਚੱਕਦੇ ਤੇ ਸ਼ਾਇਦ ਅਸੀਂ ਅੱਜ ਬੈਠ ਕੇ ਇਹ ਗੱਲਾਂ ਨਹੀਂ ਕਰ ਸਕਦੇ। ਦਿਨੇਸ਼ ਜੀ, ਮੈਂ ਤੁਹਾਡੀ ਗੱਲ ਨਾਲ ਬਹੁਤ ਸਹਿਮਤ ਹਾਂ, ਬਟ ਅਲੋਂਗ ਵਿਦ ਦਿਸ ਆਈ ਵਾਂਟ ਟੂ ਐਡ ਔਨ ਸਮ ਮੋਰ ਇਨ ਦਾ ਲਿਸਟ। ਮੈਂ ਜੋ ਚੀਜ਼ ਮੈਂ ਓਬਜ਼ਰਵ ਕੀਤੀ ਹੈ, ਜਿਹੜੇ ਸਾਡੇ ਬੱਚੇ ਸੀਗੇ, ਰਾਈਟ, ਜਿਹੜੇ ਸਾਡੇ ਕਿਡਸ ਸੀਗੇ, ਜਿਨ੍ਹਾਂ ਨੂੰ ਕਿ ਪਤਾ ਹੀ ਨਹੀਂ ਇਸ ਚੀਜ਼ ਦਾ ਕਿ ਕੀ ਹੋ ਰਿਹਾ ਹੈ, ਉਹਨਾਂ ਨੂੰ ਇੰਨੀ ਸਮਝ ਹੀ ਨਹੀਂ ਸੀ, ਬਟ ਸਟਿਲ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ। ਬਿਲਕੁਲ ਸਹੀ ਘਰਾਂ 'ਚ ਰਹਿ ਕੇ, ਰਾਈਟ, ਉਹਨਾਂ ਨੂੰ ਬੜਾ ਉਹਨਾਂ ਦਾ ਇਨੋਸੈਂਟ ਜਿਹਾ ਮਾਈਂਡ ਸੀਗਾ ਤੇ ਉਹਨਾਂ ਦੇ ਵਿੱਚ ਕਈ ਕੁਐਸਚਨਸ ਉਹਨਾਂ ਦੇ ਰੇਜ਼ ਹੋਏ ਕਿ ਵਾਈ ਦਿਸ ਇਜ਼ ਹੈਪਨਿੰਗ ਐਂਡ ਹਾਊ ਦਿਸ ਇਜ਼ ਹੈਪਨਿੰਗ ਐਂਡ ਵਾਈ ਵੀ ਆਰ ਜਸਟ ਕੈਦ 'ਚ ਕਿਉਂ ਆਪਾਂ ਬਾਹਰ ਜਾ ਕੇ ਸਮਰ 'ਚ ਆਪਾਂ ਕਿਉਂ ਨਹੀਂ ਖੇਡ ਸਕਦੇ, ਹੈ ਨਾ। ਸੋ ਹੈਡਸ ਅਪ ਟੂ ਉਹਨਾਂ ਕਿਡਸ ਦਾ ਵੀ ਤੁਸੀਂ ਸੋਚੋ। ਆਪਾਂ ਆਪਣਾ ਹੀ ਸੋਚੀ ਜਾਂਦੇ ਹਾਂ ਕਿ ਅਸੀਂ ਲਾਕਡਾਊਨ 'ਚ ਰਹੇ, ਆਪਣੇ ਆਪ ਨੂੰ ਉਹਨਾਂ ਦੀ ਪੋਜੀਸ਼ਨ 'ਤੇ ਰੱਖ ਕੇ ਦੇਖੋ ਕਿ ਜਿਨ੍ਹਾਂ ਦਾ ਮਾਈਂਡ ਇੰਨਾ ਬਰੋਡ ਨਹੀਂ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਣ, ਬਟ ਸਟਿਲ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ। ਬਿਲਕੁਲ। ਸੈਕਿੰਡ, ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਸਾਡੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਸਾਡੇ ਪੂਰੇ ਕੈਨੇਡਾ, ਨਾਟ ਓਨਲੀ ਕੈਨੇਡਾ,
ਗਲੋਬਲ ਲੈਵਲ ਤੇ ਇੱਕ ਵੀ ਬੰਦੇ ਨੂੰ ਭੁੱਖਾ ਨਹੀਂ ਸੌਣ ਦਿੱਤਾ। ਬਿਲਕੁਲ ਸਹੀ ਕਿਹਾ ਰਾਈਟ, ਉਹਨਾਂ ਨੇ ਲੰਗਰ, ਗਰੋਸਰੀ, ਵਾਟਐਵਰ ਨੀਡਸ ਦੇ ਵਾਂਟ, ਉਹਨਾਂ ਨੂੰ ਵਲੰਟੀਅਰ ਕੀਤਾ, ਸਪਲਾਈ ਕੀਤਾ, ਉਹਨਾਂ ਦੇ ਘਰਾਂ ਤੱਕ ਵੀ ਫੂਡ ਪਹੁੰਚਾਇਆ ਐਂਡ ਰॉ ਫੂਡ ਵੀ ਪਹੁੰਚਾਇਆ। ਰਾਈਟ, ਬਿਲਕੁਲ ਸਹੀ ਹੈ। ਤੇ ਇਹਦੇ ਨਾਲ ਨਾਲ ਜਿਹੜੇ ਸਾਡੇ ਹੋਰ ਕਮਿਊਨਿਟੀ 'ਚ ਵਲੰਟੀਅਰ ਕਰਦੇ ਰਹੇ, ਜਿਨ੍ਹਾਂ ਨੇ ਫ੍ਰੀ ਡਿਲੀਵਰੀਆਂ ਕੀਤੀਆਂ, ਰਾਈਟ, ਉਹਨਾਂ ਦਾ ਵੀ ਨੋ ਡਾਊਟ ਓਨਾ ਹੀ ਬਣਦਾ ਆ ਕਿ ਉਹਨਾਂ ਨੇ ਸਾਡੇ ਲੋਕਡਾਊਨ 'ਚ ਕਿੰਨੀ ਉਹਨਾਂ ਨੇ ਸਾਡੀ ਹੈਲਪ ਕੀਤੀ ਆ। ਬਿਲਕੁਲ ਸਹੀ ਰਾਈਟ, ਸੋ ਹਰੇਕ ਨੇ ਆਪਣਾ ਆਪਣਾ ਬੰਦਾ ਕੰਟਰੀਬਿਊਟ ਕੀਤਾ ਆ। ਅਸੀਂ ਇੱਥੇ ਮੀਡੀਆ 'ਤੇ ਬਹਿ ਕੇ ਲੋਕਾਂ ਨੂੰ ਸੁਚੇਤ ਕੀਤਾ ਕਿ ਤੁਹਾਡੇ ਲਈ ਕੀ ਗੁੱਡ ਆ, ਤੁਹਾਡੇ ਲਈ ਕੀ ਬੈਡ ਆ। ਅਸੀਂ ਉਹਨਾਂ ਨੂੰ ਅਪ ਟੂ ਡੇਟ ਰੱਖਿਆ ਕਿ ਨਵੇਂ ਕੀ ਰੂਲਸ ਰੈਗੂਲੇਸ਼ਨਸ ਕਮਿਊਨਿਟੀ 'ਚ ਆ ਰਹੇ ਨੇ। ਰਾਈਟ, ਗਵਰਨਮੈਂਟ ਹੈਲਥ ਕੈਨੇਡਾ ਨੇ ਕੀ ਪ੍ਰੋਵਾਈਡ ਕੀਤਾ ਆ ਤੇ ਉਹਨੂੰ ਕਿੱਦਾਂ ਅਵੋਇਡ ਕਰ ਸਕਦੇ ਨੇ। ਰਾਈਟ, ਅਸੀਂ ਇੱਥੇ ਬੈਠ ਕੇ ਮੀਡੀਆ ਦੀ ਜੋ ਰਿਸਪੌਂਸਿਬਿਲਿਟੀ ਹੁੰਦੀ ਆ, ਆਈ ਹੋਪ ਕਿ ਤੁਹਾਨੂੰ ਉਹ ਵੀ ਚੰਗੀ ਲੱਗੀ ਹੋਊਗੀ। ਅਸੀਂ ਆਪਣੀ ਰਿਸਪੌਂਸਿਬਿਲਿਟੀ ਨਾਲ ਉਹ ਕੰਮ ਕੀਤਾ ਆ। ਤੇ ਮੈਂ ਇੱਕ ਆਖਰੀ ਗੱਲ ਕਹਾਂ, ਕਹਿੰਦੇ ਅੱਜ ਸਵੇਰੇ ਮੈਂ ਅਮਿਤਾਭ ਬੱਚਨ ਹੈ ਨਾ, ਬਾਲੀਵੁੱਡ ਦੇ ਐਕਟਰ ਜਿਹੜੇ, ਉਹਨਾਂ ਦੀ ਇੱਕ ਛੋਟੀ ਜੀ ਪੋਇਮ, ਉਹ ਆਪਣੇ ਫਾਦਰ ਦੀ ਪੋਇਮ ਸੁਣਾ ਰਹੇ ਸੀ। ਉਹਨਾਂ ਦੇ ਫਾਦਰ ਸਾਰੇ ਜਾਣਦੇ ਹੈਗੇ, ਅਮਿਤਾਭ ਬੱਚਨ ਦੇ, ਹਰੀਵੰਸ਼ ਰਾਏ ਬੱਚਨ, ਵੈਰੀ ਗੁੱਡ। ਤੇ ਹਾਲਾਂਕਿ ਮੈਂ ਰਿਕਾਰਡ ਕਰ ਲਈ ਸੀ, ਆਪਣੇ ਫੋਨ ਤੇ ਰਿਕਾਰਡ ਕਰ ਲਈ ਸੀ ਜਿਹੜੀ ਪੋਇਮਸ ਨੇ, ਪਰ ਉਹਨਾਂ ਦੀਆਂ ਸਿਰਫ ਜਿਹੜੀਆਂ ਮੈਂ 2 ਲਾਈਨਾਂ ਉਹਨਾਂ ਨੇ ਕਹੀਆਂ ਸੀ, ਉਹਨਾਂ ਨੇ ਕਹੀਆਂ ਸੀ ਕਿ ਉਹਨਾਂ ਨੇ ਕਿਹਾ ਸੀ, ਜੋ ਬੀਤ ਗਈ ਸੋ ਬਾਤ ਗਈ। ਵਾਓ, जो बीत गई सो बात गई, कि चलो 2020 बीत गया, भूल जाओ, भूल जाओ, है ना। टूटे, वो कहता सी, टूटे हुए तारों पे अंबर क्या शोक मनाता, कि हुण जो बीत गया ਉਹਨੂੰ ਰਹਿਣ ਦੋ, ਅੱਗੇ ਦੀ ਸੋਚੋ, ਪੋਜ਼ਿਟਿਵ ਰਹੋ, ਪੋਜ਼ਿਟਿਵ ਰਹੋ, ਤੇ ਪੋਜ਼ਿਟਿਵ ਰਹੋਗੇ ਤੇ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਹੁਣ ਜਿਹੜੇ ਚਲੇ ਗਏ हैं, ਜਿਹੜੇ ਚਲੇ ਗਏ हैं, ਉਹਨਾਂ ਦਾ ਤੁਸੀਂ ਨਹੀਂ ਕੁਝ ਮਤਲਬ ਨਹੀਂ ਕਰ ਸਕਦੇ, ਲੇਕਿਨ ਜੋ ਕੁਝ ਤੁਹਾਡੇ ਕੋਲ ਅੱਜ ਹੱਥ ਦੇ ਵਿੱਚ ਹੈਗਾ ਉਹਨੂੰ ਸਹੇਜ ਕੇ ਰੱਖੋ, ਉਹਨਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ ਤੇ पॉजिटिव रहो। वैक्सीन आ गई है, हाँ टाइम लगेगा थोड़ा बहुत, बट सोशल डिस्टेंसिंग बना के रखो, मास्क पहन के रखो, जो भी है। आई मीन अगेन 2021 इट्स, मैनू किसी और ने भी एक गल, असी सैशन किया तो एक आए सी, वो कहते जी किसी ने पता नहीं, असी तो बारन भी नहीं सी होई सी, उन्होंने कहा सी जी 1968 जिहड़ा ईयर हैगा सी ਉਹ ਬਹੁਤ ਟਫ ਹੈਗਾ ਸੀ, ਮਤਲਬ ਪਤਾ ਨਹੀਂ ਕਿੰਨੀਆਂ ਲਾਈਫ ਗਈਆਂ ਸੀ ਕੀ, ਲੇਕਿਨ ਜਿਸ ਵੇਲੇ 1969 ਆਇਆ ਸੀ ਉਸ ਦੇ ਵਿੱਚ ਇੰਨੀਆਂ ਪੋਜ਼ਿਟਿਵ ਚੀਜ਼ਾਂ ਹੋਈਆਂ ਸੀ। ਸੋ ਹੀ ਵਾਸ ਟਰਾਈਂਗ ਟੂ ਗਿਵ ਅਸ ਐਨ ਆਪਟੀਮਿਜ਼ਮ ਕਿ ਚਲੋ ਯਾਰ 2020 ਦੇ ਵਿੱਚ ਨਹੀਂ ਬਦਲ ਸਕਦੇ, ਹੋ ਗਿਆ ਇਹ, ਹੋ ਗਿਆ ਜੋ ਵੀ ਹੈ, ਬਟ ਲੈਟਸ ਹੋਪ ਕਿ 2021 ਬਹੁਤ ਚੰਗਾ ਰਹੇਗਾ। ਅਸੀਂ ਫਿਰ ਮਿਲਾਂਗੇ, ਫਿਰ ਇਕੱਠੇ ਬੈਠਾਂਗੇ, ਫਿਰ ਇੰਜੋਏ ਕਰਾਂਗੇ। ਬਿਲਕੁਲ ਜੀ, ਵੈਕਸੀਨੇਸ਼ਨ ਆਪਣਾ ਆ ਚੁੱਕਿਆ ਆ ਅਤੇ ਆਪਣੇ ਜਿਹੜੇ ਕਿ ਫਰੰਟ ਲਾਈਨ ਵਰਕਰ ਨੇ ਉਹਨਾਂ ਨੂੰ ਆਲਰੇਡੀ ਲੱਗ ਚੁੱਕਿਆ ਆ। ਆਈ ਥਿੰਕ ਇਹਨਾਂ ਨੇ ਜੋ ਪਲਾਨ ਬਣਾਇਆ ਆ, ਰੂਪ ਰੇਖਾ ਉਹਦੀ ਕੁਛ ਇੱਦਾਂ ਹੈਗੀ, ਪਹਿਲਾਂ ਇਹ ਫਰੰਟ ਲਾਈਨਰ ਵਾਲੇ ਆਉਣਗੇ, ਫਿਰ ਆਪਣੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਾਂ ਜਿਹੜੇ ਆਪਣੇ ਲੌਂਗ ਟਰਮ 'ਚ ਰਹਿ ਰਹੇ ਉਹਨਾਂ ਵਾਸਤੇ ਹੋਊਗਾ, ਅਤੇ ਆਪਣਾ ਨੰਬਰ ਵੀ ਉਦੋਂ ਬਾਅਦ ਆਉਣ ਵਾਲਾ ਆ। ਅਤੇ ਆਈ ਥਿੰਕ ਇਹ 3-4 ਮਹੀਨਿਆਂ ਦੇ ਵਿੱਚ ਹੀ ਆਪਾਂ ਮੇ ਬੀ ਸਾਰੇ ਕਵਰ ਹੋ ਜਾਵਾਂਗੇ। ਲੈਟਸ ਹੋਪ ਫॉर ਦਾ ਬੈਸਟ। ਇੱਕ ਉਹੀ ਹੈਗਾ ਆ ਸਾਡੇ ਕੋਲੇ ਕਿ ਅਸੀਂ ਪੋਜ਼ਿਟਿਵਲੀ ਦੇਖ ਰਹੇ ਹਾਂ ਕਿ ਸਹੀ ਗੱਲ ਹੈ, ਵੈਕਸੀਨੇਸ਼ਨ ਇੱਕ ਵਾਰੀ ਹੋ ਗਈ ਤੇ ਫਿਰ ਆਪਣੀ ਸਾਰਿਆਂ ਦੀ ਇਮਿਊਨਿਟੀ ਸਟਰੋਂਗ ਹੋ ਜੂਗੀ ਐਂਡ ਵੀ ਵਿਲ ਬੀ ਬੈਕ ਟੂ ਬੇਸਿਕਸ ਜੋ ਵੀ ਹੈਗੇ ਆ। ਰਾਈਟ, ਅਗੇਨ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ ਤੇ ਲੈਟਸ ਬੀ ਥੈਂਕਫੁਲ ਫॉर व्हाट वी हैव इट। ਰਾਈਟ, ਸੋ ਦਿਨੇਸ਼ ਜੀ ਚਲਿਏ ਲੈਟਸ ਤੁਸੀਂ ਕਿਹਾ ਹੁਣ ਤੁਹਾਡੇ ਉਸ ਕੁਐਸਚਨ ਦੇ ਅੱਗੇ ਆਣਾ ਕਿ 2021 ਦੇ ਪਲਾਨਸ ਬਾਰੇ ਤੁਸੀਂ ਮੈਨੂੰ ਦੱਸ ਰਹੇ ਸੀਗੇ, ਤੇ ਉਹਦੇ ਵਿੱਚ ਦੱਸੋ ਹੁਣ ਆਪਣੇ ਕੋਲੇ ਤੁਸੀਂ ਕੀ ਲਾਈਨ ਅਪ ਕੀਤਾ ਹੈ ਸਾਡੇ ਵਿਊਅਰਸ ਲਈ। ਅਸੀਂ 2021 ਦੇ ਵਿੱਚ ਮਤਲਬ ਪਹਿਲੇ 3 ਮਹੀਨਿਆਂ ਦੇ ਵਿੱਚ ਅਸੀਂ ਕਾਫੀ ਸਾਰੀਆਂ ਐਕਟੀਵਿਟੀਜ਼ ਪਲਾਨ ਕੀਤੀਆਂ। ਜਿਵੇਂ ਅਸੀਂ ਪਹਿਲੇ ਕਿਹਾ ਕਿ ਅਸੀਂ ਸਪਲਾਈ ਚੇਨ ਕੀਤਾ, ਅਕਾਊਂਟਿੰਗ ਕੀਤਾ, ਮੈਨੂਫੈਕਚਰਿੰਗ ਕੀਤਾ। ਅਸੀਂ 17 ਜਨਵਰੀ ਨੂੰ ਪ੍ਰੋਗਰਾਮ ਕਰ ਰਹੇ ਹਾਂ ਇੱਕ ਕੈਰੀਅਰ ਇਨ ਇੰਜੀਨੀਅਰਿੰਗ। ਹੁਣ ਸਾਰੇ ਇੰਜੀਨੀਅਰ ਆਉਂਦੇ ਹੈ, ਪਰ ਇੱਥੇ ਕੈਨੇਡਾ ਦੇ ਵਿੱਚ ਇੰਜੀਨੀਅਰ ਦਾ ਕੀ ਹੈ ਕਿ ਉਹਨੂੰ ਲਾਇਸੈਂਸ ਲੈਣਾ ਪੈਂਦਾ, ਸਰਟੀਫਿਕੇਸ਼ਨ ਕਰਨੀ ਪੈਂਦੀ ਹੈ, ਤਾਂ ਇੱਕ ਪ੍ਰੋਸੈਸ ਹੈ। ਅਤੇ ਉਹ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਕੁਝ ਕਾਫੀ ਸੀਨੀਅਰ ਲੋਕ ਆਉਣਗੇ, ਉਹ ਗਾਈਡ ਕਰਨਗੇ ਕਿ ਕੀ ਪ੍ਰੋਸੈਸ ਹੈ, ਕਿਵੇਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ। ਦੈਟਸ ਦੀ ਫਸਟ ਥਿੰਗ ਵੀ ਹੈਵ ਇਟ। ਦੀ ਸੈਕੰਡ ਥਿੰਗ, ਅਸੀਂ ਕਮਿਊਨਿਟੀ ਦੇ ਲੋਕ ਹੈ, ਕਮਿਊਨਿਟੀ ਦੇ ਨਾਲ ਮਿਲ ਕੇ
ਅਸੀਂ ਇੰਡੀਆ ਦਾ ਰਿਪਬਲਿਕ ਡੇ ਮਨਾਵਾਂਗੇ, 26 ਜਨਵਰੀ ਮਨਾਵਾਂਗੇ ਅਸੀਂ। ਓਕੇ 26 ਜਨਵਰੀ ਮਨਾਵਾਂਗੇ। ਦੈਨ ਵੀ ਹੈਵ ਕੁਝ ਗੱਲਾਂ ਹੈਗੀਆਂ ਮੈਂ ਅਜੇ ਨਹੀਂ ਡਿਸਕਲੋਜ਼ ਕਰ ਸਕਦਾ ਬਿਕਾਜ਼ ਇਹ ਬਹੁਤ ਚੰਗੀਆਂ ਹੈਗੀਆਂ, ਮਤਲਬ ਕੁਝ ਕਮਿਊਨਿਟੀ ਦੀ ਆਰਗੇਨਾਈਜੇਸ਼ਨ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਕਮਿਊਨਿਟੀ ਦੇ ਲਈ ਕਰ ਰਹੇ ਹਾਂ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਕਿਹਾ ਜੀ ਅਸੀਂ ਪਬਲਿਕਲੀ ਨਹੀਂ ਦੱਸਣਾ, ਬਸ ਇੱਕ ਵਾਰੀ ਉਹ ਅਨਾਉਂਸ ਕਰ ਲੈਣ ਤੇ ਦੈਨ ਵਿਲ ਪਬਲਿਕ, ਬਟ ਇਟਸ ਵੈਰੀ ਗੁੱਡ ਕਿ ਲੋਕ ਐਪਰੀਸ਼ੀਏਟ ਕਰ ਰਹੇ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਸਾਡੇ ਲਈ ਉਹੀ ਬਹੁਤ ਚੀਜ਼ ਹੈ। ਵੰਡਰਫੁਲ। ਤੇ ਅਸੀਂ ਬਾਕੀ ਇੱਕ ਹੋਰ ਚੀਜ਼ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਇਹ ਕਿ ਜਿੰਨੇ ਵੀ ਸਾਡੇ ਨਿਊ ਕਮਰਸ ਕੈਨੇਡਾ ਆਉਂਦੇ ਹੈ ਨਾ, ਉਹਨਾਂ ਨੂੰ ਇੱਕ ਜੋ ਟੈਕਨੀਕਲੀ ਸਾਰੇ ਸਾਊਂਡ ਆਉਂਦੇ ਆ, ਬਟ one of the things which calls it as communication challenges, accent ਹੋ ਜਾਂਦਾ ਹੈ, Canadian accent ਹੋ ਜਾਂਦਾ ਹੈ, Canadian way of how they talk. So we've now started a program called conversational or communication pilot courses ਔਰ ਸੋ ਅੱਜ ਦੀ ਡੇਟ ਦੇ ਵਿੱਚ ਉਹ ਪਾਇਲਟ ਪ੍ਰੋਜੈਕਟ ਚੱਲ ਰਿਹਾ, ਇਸ ਵੇਲੇ ਚੱਲ ਰਿਹਾ। there's about 10 people ਜੋ ਪਿਛਲੇ 4 ਹਫ਼ਤਿਆਂ ਤੋਂ ਉਸ ਪ੍ਰੋਗਰਾਮ ਦੇ ਥਰੂ ਚੱਲ ਰਹੇ ਹੈ and they've said they are very very happy ਕਿ ਜੋ ਵੀ ਉਹਨਾਂ ਨੂੰ ਹੈਲਪ, and all this is free of cost, volunteer basis ਤੇ ਅਸੀਂ ਕਰ ਰਹੇ ਹਾਂ ਕਮਿਊਨਿਟੀ। so there are many other programs that we have lined up, intent ਹੋਈ ਹੈ ਜਿੰਨੀ ਅਸੀਂ ਕਮਿਊਨਿਟੀ ਦੀ ਹੈਲਪ ਕਰ ਸਕੀਏ, ਸੇਵਾ ਕਰ ਸਕੀਏ, ਅਸੀਂ ਹਮੇਸ਼ਾ ਕਰਦੇ ਰਹਾਂਗੇ। ਬਿਲਕੁਲ ਦਿਨੇਸ਼ ਜੀ, ਸਾਡੇ ਵੱਲੋਂ ਬੜੀਆਂ ਸ਼ੁਭ ਇਛਾਵਾਂ ਤੇ ਕਹਿ ਲਓ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਤੇ ਸਾਨੂੰ ਮੌਕਾ ਮਿਲਦਾ ਆ ਕਿ ਤੁਹਾਡੇ ਇਹ ਜਿਹੜੀਆਂ ਗੁੱਡ ਡੀਡਸ ਨੇ ਅਸੀਂ ਦਰਸ਼ਕਾਂ ਤੱਕ, ਸਾਡੇ ਵਿਊਅਰਸ ਤੱਕ ਸਾਂਝੀਆਂ ਕਰਦੇ ਹਾਂ ਤੇ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ। ਹੋਪ ਕਰਦੇ ਹਾਂ ਕਿ ਜਿੱਦਾਂ ਦਾ ਤੁਸੀਂ ਸਕਸੈਸ 2020 'ਚ ਤੁਹਾਨੂੰ ਮਿਲਿਆ ਆ, 2021 'ਚ ਉਹਦੇ ਨਾਲੋਂ ਬੈਟਰ ਮਿਲੂਗਾ ਤੇ ਸਾਡੇ ਜਿਹੜੇ ਵਿਊਅਰਸ ਨੇ ਜ਼ਿਆਦਾ ਹੋਰ ਗਿਣਤੀ ਦੇ ਵਿੱਚ ਤੁਹਾਡੇ ਨਾਲ ਜੁੜਨਗੇ ਤੇ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਵਧੀਆ ਤੇ ਸੁਖਾਲਾ ਬਣਾਉਣਗੇ। ਤੁਹਾਡਾ ਹਨੀ ਬਾਜੀ ਦਾ, ਬੌਬ ਜੀ ਦਾ, ਸਾਂਝਾ ਪੰਜਾਬ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਦੇ ਵਿੱਚ। ਸੌਰੀ, ਇੰਟੈਂਟ ਉਹੀ ਸੀ ਕਿ ਜਿਤਨਾ ਅਸੀਂ ਕਮਿਊਨਿਟੀ ਦੇ ਵਿੱਚ ਜਾ ਸਕੀਏ, ਜਿਤਨੀ ਅਵੇਅਰਨੈਸ ਕਰ ਸਕੀਏ, ਜਿੰਨੀ ਇੱਕ ਵੀ ਬੰਦੇ ਦੀ ਅਸੀਂ ਹੈਲਪ ਕਰ ਸਕੀਏ, 2 ਦੀ ਕਰ ਸਕੀਏ, ਇੱਕ ਚੇਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਇੱਕ ਕਰਕੇ। ਦਿਨੇਸ਼ ਜੀ, ਜਦੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਉਦੋਂ ਆਪਾਂ ਇਹੀ ਚੀਜ਼ ਡਿਸਕਸ ਕੀਤੀ ਸੀਗੀ ਕਿ ਜੇ ਸਾਡੇ ਇਸ ਪ੍ਰੋਗਰਾਮ ਤੋਂ ਕੋਈ ਐਟਲੀਸਟ ਇੱਕ ਬੰਦਾ ਵੀ ਬੈਨੀਫਿਟਡ ਹੋ ਜਾਂਦਾ ਆ ਤਾਂ ਸਾਡਾ ਸੁਭਾਗਿਆ ਆ। ਬਟ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਗਿਣਤੀ ਕਰੋ ਤਾਂ ਕਿੰਨੇ ਲੋਕਾਂ ਨੂੰ ਤੁਸੀਂ ਹੈਲਪ ਕੀਤੀ ਆ, ਐਂਡ ਇੱਦਾਂ ਹੀ ਚੱਲਦਾ ਰਿਹਾ ਤਾਂ ਨੋ ਡਾਊਟ ਆਪਾਂ ਅਗਲੇ ਸਾਲ ਦੇ ਵਿੱਚ ਹੋਰ ਤੋਂ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੈਲਪ ਕਰਾਂਗੇ ਤੇ ਸਾਡੇ ਨਾਲ ਹੋਰ ਲੋਕੀ ਜੁੜਨਗੇ। ਬਸ ਉੱਪਰ ਵਾਲੇ ਦੀ ਦੁਆਵਾਂ ਦੇ ਉੱਤੇ ਚੱਲੀ ਜਾ ਰਿਹਾ, ਲੋਕ ਦੁਆਵਾਂ ਦਿੰਦੇ ਆ, ਸਾਡੇ ਲਈ ਉਹੀ ਬਹੁਤ ਵੱਡੀ ਚੀਜ਼ ਹੈਗੀ ਹੈ। ਵੈਰੀ ਗੁੱਡ। ਸੋ ਦਿਨੇਸ਼ ਜੀ ਚਲਿਏ ਹੁਣ ਬਸ ਨਿਊ ਈਅਰ ਆਪਣੇ ਪਰਿਵਾਰ ਦੇ ਨਾਲ ਬੈਠਦੇ ਆ, ਨਿਊ ਈਅਰ ਦਿਨ ਦੀ ਹੈ ਆਖਰੀ ਜਿਹੜੇ 4-5 ਘੰਟੇ ਰਹਿ ਗਏ ਆ, ਉਹਨਾਂ ਨਾਲ ਇੰਜੋਏ ਕਰਦੇ ਆ, ਫੈਮਿਲੀ ਨਾਲ ਇੰਜੋਏ ਕਰਦੇ ਆ। ਉੱਪਰ ਵਾਲਾ ਜਿਹਨੂੰ ਤੁਸੀਂ ਭਗਵਾਨ ਕਹਿ ਲਓ, ਵਾਹਿਗੁਰੂ ਕਹਿ ਲਓ, ਬਾਬਾ ਜੀ ਕਹਿ ਲਓ, ਜੋ ਵੀ ਕਹਿ ਲਓ, ਉਹਨਾਂ ਦਾ ਮੱਥਾ ਟੇਕੀਦਾ, ਉਹਨਾਂ ਕਹਿੰਦਾ ਕਿ ਬਸ ਆਪਣੀ ਕਿਰਪਾ ਬਣਾਏ ਰੱਖਣਾ। ਬਿਲਕੁਲ ਜੀ ਬਿਲਕੁਲ। ਸੋ ਵਿਊਅਰਸ, ਮੈਂ ਰਵੀ ਮਨਹਾਸ ਸਾਹਿਬ ਆਪਣੇ ਸਾਰੇ ਸਾਂਝਾ ਪੰਜਾਬ ਦੀ ਟੀਮ ਦੇ ਵੱਲੋਂ ਆਪਣੇ ਸਾਰੇ ਵਿਊਅਰਸ ਦਾ ਹੈਪੀ ਨਿਊ ਈਅਰ 2021 ਕਹਿੰਦੀ ਹਾਂ ਤੇ ਤੁਹਾਨੂੰ ਸ਼ੁਭ ਇਛਾਵਾਂ ਦਿੰਦੀ ਹਾਂ ਕਿ ਆਉਣ ਵਾਲਾ ਸਾਲ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇੱਕ ਬਹੁਤ ਹੀ ਹੈਲਦੀ ਲਾਈਫ, ਤੰਦਰੁਸਤੀ ਸਾਰਿਆਂ ਨੂੰ ਬਖਸ਼ੇ ਤੇ ਇਹ ਜਿਹੜਾ ਕਰੋਨਾ ਵਰਗਾ ਵਾਇਰਸ ਸਾਡੇ ਸਿਰ ਤੇ ਮੰਡਰਾ ਰਿਹਾ ਆ, ਇਹ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਇਹ ਸਾਡੇ ਤੋਂ ਦੂਰ ਚਲਾ ਜਾਵੇ ਤੇ ਸਾਡੇ ਸਮਾਜ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਉਵੇਂ ਹੀ ਰੌਣਕਾਂ ਲੱਗਣ। ਇਹ ਜਿਹੜੇ ਲੋਕਡਾਊਨ ਹੈ, ਜਿਹੜੇ ਪੈਂਡੈਮਿਕ, ਪਤਾ ਨਹੀਂ ਕਿੱਥੋਂ ਇਹ ਟਰਮਸ ਆ ਗਈਆਂ ਨੇ ਸਾਡੇ, ਪੈਂਡੈਮਿਕ ਤੇ ਮੈਂ ਕਦੇ ਸੁਣਿਆ ਵੀ ਨਹੀਂ ਸੀਗਾ ਤੇ ਇਹ ਜਲਦੀ ਹੀ ਸਾਡੀ ਲਾਈਫ ਦੇ ਵਿੱਚੋਂ ਵੈਨਿਸ਼ ਹੋ ਜਾਣਗੀਆਂ ਐਂਡ ਆਪਾਂ ਫਿਰ ਰੌਣਕਾਂ ਲਾਵਾਂਗੇ, ਫਿਰ ਮੇਲੇ ਉਵੇਂ ਹੀ ਲੱਗਣਗੇ। ਹੋਪ ਕਰਦੇ ਹਾਂ ਕਿ ਉਹ ਦਿਨ ਜ਼ਰੂਰ ਆਉਣਗੇ, ਜਲਦੀ ਆਉਣਗੇ, ਬਿਲਕੁਲ ਜਲਦੀ ਆਉਣਗੇ। ਸੋ ਕੀਪ ਸਟੇ ਪੋਜ਼ਿਟਿਵ, ਕੀਪ ਹੈਲਦੀ। ਕਿ ਪਹਿਲਾਂ ਵੀ ਅਸੀਂ ਕਿਹਾ ਸੀ ਕਿ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਆਉਂਦਾ, ਰਾਤ ਚਾਹੇ ਜਿੰਨੀ ਮਰਜ਼ੀ ਵੱਡੀ ਹੋ ਜੇ, ਸਵੇਰਾ ਕੋਈ ਨਹੀਂ ਰੋਕ ਸਕਿਆ, ਕਿਸੇ ਨੇ ਨਹੀਂ ਫੜਿਆ, ਸਵੇਰੇ ਨੇ ਆਉਣਾ ਹੀ ਆਉਣਾ ਆ। ਸੋ ਦਿਨੇਸ਼ ਜੀ ਹੁਣ ਇਜਾਜ਼ਤ ਲਈਏ ਦਰਸ਼ਕ ਵਿਊਅਰਸ ਤੋਂ। ਥੈਂਕ ਯੂ ਜੀ, ਥੈਂਕ ਯੂ ਰੰਨਾ ਜੀ, ਤੁਸੀਂ ਸਭ ਦੇ ਉੱਤੇ ਇੰਨਾ ਮਾਣ ਦਿੰਦੇ ਹੋ ਸਾਨੂੰ
ਜਨਤਾ ਦਾ ਇੰਨਾ ਪਿਆਰ ਮੁਹੱਬਤ You ਮਿਲੇ welcome. ਦਾ You ਇੰਨਾ welcome. ਸਾਡੇ ਲਈ ਨਹੀਂ So viewers, ਮੈਨੂੰ ਦੋ ਹੁਣ ਪ੍ਰੋਗਰਾਮ ਸਮੇਟਣ ਦੀ ਇਜਾਜ਼ਤ। ਅਗਲੇ ਸਾਲ 2021 ਚ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਰੱਖੋ ਖੂਬ ਸਾਰਾ ਧਿਆਨ। ਤੇ ਤੁਸੀਂ ਜੇ ਇਸ ਪ੍ਰੋਗਰਾਮ ਦੇ ਤਲਕ ਕੋਈ ਵੀ ਆਪਣੇ ਸੁਝਾਅ ਭੇਜਣੇ ਨੇ ਜਾਂ ਤੁਸੀਂ ਪਰਸਨਲੀ ਕਿਸੇ ਇਸ ਤੇ ਗੈਸਟ ਬਣਨਾ ਚਾਹੁੰਦੇ ਹੋ ਜਾਂ ਸਾਡੇ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਯੂ ਕੈਨ ਕਾਲ ਮੀ 6477807722। ਤੁਸੀਂ ਬੌਬ ਦਸਾਂਝੀ ਨੂੰ ਵੀ ਕਾਲ ਕਰ ਸਕਦੇ ਹੋ 4164197777। ਤੇ ਤੁਸੀਂ ਸਾਡੇ ਫੇਸਬੁੱਕ ਤੇ ਸਾਡੇ ਸਾਂਝਾ ਪੰਜਾਬ ਚੈਨਲ ਦੇ ਫੇਸਬੁੱਕ ਪੇਜ ਤੇ ਜਾ ਕੇ ਵੀ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸੋ ਹੁਣ ਤੁਸੀਂ ਆਪਣਾ ਰੱਖੋ ਖਿਆਲ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।